ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਪਰਮ ਜੀ। ਸਨਮਾਨ ਆਵਰ ਸਾਹਿਬ ਕਮਾਲ बारगाह इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत गुरुदेव जी की महान इनायत का सदका साढ़े सारियां दे सिर ते मेहरामतमई रखे हाथ का सदका जीवन का अज का दिन भी प्राप्त होया और इस नवे दिन की जो नवे जन्म समान है शाम अजीजुल नवाज गनीमुल खराज पातशाह गुरु गोबिंद सिंह साहिब जी दे मुकद्दस कदमां दी खाक दे नाम करना नसीब होया। सतगुरु जी दे दर तो निवाजे हुए कीर्तनियां तो बड़े प्रेम रस विच सोदर चौंकी दे कीर्तन फिर हर कीरत हमरी रह रास आरती अरदास ते फिर साहिब जी दे पावन हुक्मनामे आपने झोली च पवाए हैं। कुछ समा होर सतगुरु गुरु हरगोबिंद साहिब जी दियाँ मुबारक जीवन गाथावां अमृत जीवन कथड़ियाँ राही गुरु इतिहास विचार गुरु दीदार दी बरकत झोली च पावे इसलिए एकाग्रता अदब ते आनंद दी दात बख्शिश प्राप्त होवे। इस तरह छोटी जही ध्यान साधना है दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु गोबिंद सिंह महाराज जी दे दादा गुरु मेरियां पीरियां दे दाते दादा गुरु पिता गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां सतगुरु जी की कदम बोसी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक श्रवण करदियां इतना प्रेम सहित आपने श्रवण किया कि श्री गुरु हरगोबिंद साहिब जी महाराज महान पवित्र ब्रह्म ज्ञानी हिरदे भाई रूपचंद जी ते भाई साधु जी नूं तुहाडा नगर वसेगा ते लंगर चलाउण दी बरकत नाल निवाजदियां होयां अनेकां ही खुशियां झोली विच पा के ते महाराज रस्ते विच एक दिन रुक के ते भाई की डरौली फिर पहुँच गए। भाई साईं दास बीबी रामो जी ने बहुत स्वागत किया
ਤੇ ਮਹਾਰਾਜ ਜੀ ਦਾ ਇਹ ਕੌਤਕ ਅੰਤਰਯਾਮਤਾ ਸਾਰੇ ਵੱਡਾ ਚਰਚਿਤ ਹੋਇਆ ਬਈ ਮਹਾਰਾਜ ਅੰਤਰਯਾਮੀ ਨੇ, ਇਹ ਤਾਂ ਸਭ ਨੂੰ ਪਤਾ ਹੀ ਹੈ, ਪਰ ਇੱਕ ਪਲ ਵਿੱਚ 30 ਕੋਹ ਦਾ ਸਫ਼ਰ ਕਰਕੇ ਵੀ ਆਪਣੇ ਸਿੱਖਾਂ ਦੀ ਰਾਖੀ ਕਰ ਸਕਦੇ ਨੇ, ਇਹ ਵਿਚਾਰ ਵੀ ਹੋਰ ਪ੍ਰਗਟ ਹੋ ਗਿਆ। ਮਹਾਰਾਜ ਜੀ ਨੇ ਆਪਣੇ ਸਿੱਖਾਂ ਦੀ ਬਾਰ-ਬਾਰ ਰਾਖੀ ਕੀਤੀ, ਇੱਕ ਵਾਰੀ ਨਹੀਂ ਕੀਤੀ। ਕਿਧਰੇ ਮਨਸੁਖ ਜੀ ਦਾ ਡੁੱਬਦਾ ਹੋਇਆ ਜਹਾਜ਼ ਪਾਰ ਲਾਇਆ। ਮਹਾਰਾਜ ਜੀ ਦੀ ਘਰ ਦੀ ਸੇਵਕਾ ਦਾਸੀ ਤੁਲਸਾ ਨੇ ਜਦ ਸ੍ਰੀ ਮਾਂ ਤ੍ਰਿਪਤਾ ਜੀ ਨੇ ਆਖਿਆ ਜਾਓ ਲਾਲ ਜੀ ਨੂੰ ਬੁਲਾਓ, ਪ੍ਰਸ਼ਾਦਾ ਤਿਆਰ ਹੈ, ਪ੍ਰਸ਼ਾਦਾ ਛਕ ਲੈਣ। ਘਰ ਦੀ ਸੇਵਾਦਾਰਨੀ ਤੁਲਸਾ ਮਹਾਰਾਜ ਜੀ ਨੂੰ ਬੁਲਾਉਣ ਵਾਸਤੇ ਆਈ ਤੇ ਦੇਖਿਆ ਉਹ ਆਰਾਮ ਕਰ ਰਹੇ ਨੇ, ਲੇਟੇ ਹੋਏ ਨੇ। ਦੁਆਲੇ ਦੁਆਲੇ ਫਿਰਦੀ ਰਹੀ, ਚਰਨ ਮਹਾਰਾਜ ਦੇ ਥੋੜ੍ਹੇ ਜਿਹੇ ਖੇਸ ਤੋਂ ਬਾਹਰ ਸਨ, ਖੇਸ ਉੱਪਰ ਲਿਆ ਹੋਇਆ ਸੀ। ਤੇ ਉਸਨੇ ਦੇਖਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਨਾਲ ਮੋਟੀ ਮੋਟੀ ਰੇਤ ਲੱਗੀ ਹੋਈ ਹੈ। ਸਾਗਰ ਦੀ ਰੇਤ ਮੋਟੀ ਹੁੰਦੀ ਹੈ, ਉਹ ਲੱਗੀ ਹੋਈ। ਮਹਾਰਾਜ ਜੀ ਦੇ ਆਰਾਮ ਵਿੱਚ ਖਲਲ ਪਾਉਣ ਦਾ ਉਹਦਾ ਮਨ ਨਾ ਕੀਤਾ ਤੇ ਉਸਨੇ ਆਪਣਾ ਹੱਥ ਮਹਾਰਾਜ ਜੀ ਦੇ ਚਰਨਾਂ 'ਤੇ ਲਗਾਉਣਾ ਚਾਹਿਆ, ਉਠਾਉਣ ਲਈ। ਫਿਰ ਉਸਨੇ ਕਿਹਾ ਮੇਰੇ ਹੱਥ ਤਾਂ ਬਰਤਨ ਸਾਫ਼ ਕਰਨ ਵਾਲੇ ਹਨ, ਮੈਂ ਮਹਾਰਾਜ ਦੇ ਚਰਨਾਂ ਨੂੰ ਕਿਵੇਂ ਹੱਥ ਲਗਾਵਾਂ। ਫਿਰ ਉਸਨੇ ਆਪਣੀ ਹੋਠਾਂ ਨਾਲ ਮਹਾਰਾਜ ਜੀ ਦੇ ਚਰਨ ਚੁੰਮੇ ਔਰ ਜੈਸੇ ਇਤਨੀ ਭਾਵਨਾ ਵਿੱਚ ਆ ਗਈ, ਉਸਨੂੰ ਦਿਖਣ ਲੱਗ ਪਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਕਿਸੇ ਸਿੱਖ ਦਾ ਫਸਿਆ ਹੋਇਆ ਜਹਾਜ਼ ਪਾਰ ਕਰ ਰਹੇ। ਉਸਨੇ ਉਸ ਤਰ੍ਹਾਂ ਹੀ ਆ ਕੇ ਧੰਨ ਧੰਨ ਜਨਨੀ ਜਿਨ ਜਾਇਆ ਸ੍ਰੀ ਮਾਂ ਤ੍ਰਿਪਤਾ ਜੀਆਂ ਨੂੰ ਆਖਿਆ, ਮਾਤਾ ਜੀ ਉਹ ਤਾਂ ਇੱਥੇ ਹੈ ਨਹੀਂ, ਉਹ ਕਿਸੇ ਦਾ ਜਹਾਜ਼ ਪਾਰ ਕਰਨ ਗਏ ਹੋਏ। ਇਹ ਸੁਣ ਕੇ ਮਾਂ ਤ੍ਰਿਪਤਾ ਜੀ ਦੇ ਨੇਤਰਾਂ 'ਚ ਜਲ ਜਾਣ ਲੱਗ ਪਿਆ ਕਿ ਹੁਣ ਤਾਂ ਘਰ ਦੇ ਨੌਕਰ ਚਾਕਰ ਵੀ ਜਿਹੜੇ ਨੇ ਉਹ ਗੱਲਾਂ ਕਰਨ ਲੱਗ ਪਏ ਨੇ। ਪਹਿਲੇ ਹੋਰ ਲੋਕ ਕਹਿੰਦੇ ਸਨ, ਹੁਣ ਤਾਂ ਘਰ ਦੇ ਨੌਕਰ ਵੀ ਗੱਲਾਂ ਕਰਨ ਲੱਗ ਪਏ। ਆਪ ਉਠਾਉਣ ਵਾਸਤੇ ਗਏ ਤੇ ਜਾਂਦਿਆਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਮੰਜੇ 'ਤੇ ਬੈਠੇ ਹੋਏ ਸੀ ਤੇ ਉੱਠ ਕੇ ਮਾਂ ਦੇ ਗਲ ਨਾਲ ਲੱਗੇ। ਮਾਂ ਕਿਉਂ ਰੋਂਦੇ ਹੋ? ਆਖਿਆ ਲਾਲ ਜੀ ਕਿ ਰੋਣਾ ਹੈ, ਹੁਣ ਤਾਂ ਸਾਡੇ ਦਾਸ ਦਾਸੀਆਂ ਵੀ ਖਿੱਲੀ ਉਡਾਉਂਦੇ ਹੈ। ਇਹ ਤੁਲਸਾ ਪਈ ਆਖੇ ਜੋ ਤੁਹਾਡਾ ਪੁੱਤਰ ਜਹਾਜ਼ ਪਾਰ ਪਿਆ ਕਰਦਾ ਹੈ। ਮਹਾਰਾਜ ਕਹਿਣ ਲੱਗੇ ਮਾਤਾ ਜੀ ਇਸ ਕੀ ਗੱਲ ਵੱਲ ਨਾ ਜਾਈਏ, ਇਹ ਤਾਂ ਕਮਲੀ ਆ ਹੈ। ਉਸ ਦਿਨ ਤੋਂ ਉਹ ਫਿਰ ਸੰਸਾਰ ਵੱਲੋਂ ਕਮਲੀ ਹੋ ਗਈ, ਪਰ ਨਿਰੰਕਾਰ ਦੇ ਪ੍ਰੇਮ ਵਿੱਚ ਵੀ ਕਮਲੀ ਦੀਵਾਨੀ ਹੋ ਗਈ। ਅੱਜ ਤੋਂ ਨਹੀਂ, ਮੁੱਢ ਕਦੀਮਾਂ ਤੋਂ ਸਤਿਗੁਰੂ ਆਪਣੇ ਸਿੱਖਾਂ ਦੀ ਰਾਖੀ ਕਰਦੇ ਆਏ, ਉਹਨਾਂ ਦੀ ਪ੍ਰਾਣਾਂ ਦੀ ਰਾਖੀ ਕਰਦੇ ਆਏ। ਗੁਰੂ ਹਰਗੋਬਿੰਦ ਸਾਹਿਬ ਖੁਦ ਜਦ ਬਹਾਦਰ ਬਾਬਾ ਬਿਧੀ ਚੰਦ ਜੀ ਭੱਠ ਵਿੱਚ ਬੈਠੇ ਨੇ ਤੇ ਉਸ ਵੇਲੇ ਆਪਣੇ ਤਨ 'ਤੇ ਜਲ ਪਾ ਕੇ ਉਹਨਾਂ ਦੇ ਤਨ ਦੀ ਰਾਖੀ ਕਰਦੇ ਰਹੇ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਮੱਖਣ ਸ਼ਾਹ ਦਾ ਜਹਾਜ਼ ਗੁਰੂ ਤੇਗ ਬਹਾਦਰ ਜੀ ਨੇ ਤਾਰਿਆ, ਸਭ ਨੂੰ ਪਤਾ। ਔਰ ਉਸ ਸਮੇਂ ਹੀ ਮਹਾਰਾਜ ਰਾਖੀ ਨਹੀਂ ਕਰਦੇ ਰਹੇ। ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਸ ਜਾਮੇ ਵਿੱਚ ਮਹਾਰਾਜ ਬਿਰਾਜਮਾਨ ਨੇ, ਅੱਜ ਵੀ ਆਪਣੇ ਸਿੱਖਾਂ ਦੀ ਰਾਖੀ ਕਰਦੇ, ਸਿੱਖਾਂ ਦੀ ਸੰਭਾਲ ਕਰਦੇ।
ਬਾਬਾ ਜੋਗਾ ਸਿੰਘ, ਭਾਈ ਜੋਗਾ ਸਿੰਘ ਜੀ ਦੇ ਕਦਮ ਥਿੜਕ ਨਾ ਜਾਵਣ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਰੇਦਾਰ ਬਣ ਕੇ ਰਾਖੀ ਕੀਤੀ ਤੇ ਦੱਸਿਆ ਬਈ ਸਿੱਖਾ, ਜੇ ਤੂੰ ਮੇਰੇ ਨਾਲ ਜੁੜਿਆ ਹੈ ਤੇ ਤੂੰ ਦੁਨੀਆ ਦੇ ਕਿਸੇ ਕੋਨੇ 'ਚ ਵੀ ਹੋਵੇਂਗਾ, ਮੈਂ ਤੇਰਾ ਪਹਿਰੇਦਾਰ ਹਾਂ, ਤੈਨੂੰ ਗਲਤ ਨਹੀਂ ਹੋਣ ਦੇਵਾਂਗਾ, ਤੇਰੀ ਰਾਖੀ ਕਰਾਂਗਾ। ਅੱਜ ਵੀ ਆਪਣੀ ਕੌਮ ਦੀ ਰਾਖੀ ਸਤਿਗੁਰੂ ਜ਼ਾਹਰਾ ਤੌਰ ਤੇ ਕਰ ਰਹੇ ਨੇ। ਅਲਾਮਾ ਇਕਬਾਲ ਨੂੰ ਇਹ ਗੱਲ ਸਮਝ ਨਾ ਆਈ। ਡਾਕਟਰ ਸਰ ਮੁਹੰਮਦ ਇਕਬਾਲ, ਸ਼ਾਇਰ ਮਸ਼ਰਕ, ਉਸਨੇ ਕਿਹਾ ਕੋਈ ਗੱਲ ਹੈ ਕਿ ਸਾਡੇ ਦੁਸ਼ਮਣ ਬਹੁਤ ਨੇ ਫਿਰ ਵੀ ਅਸੀਂ ਬਚ ਜਾਂਦੇ, ਪਰ ਕਿਹੜੀ ਗੱਲ ਹੈ ਨਹੀਂ ਪਤਾ। ਉਸ ਦੇ ਬੋਲ ਵੀ ਮੈਂ ਆਪ ਨਾਲ ਸਾਂਝੇ ਕਰਦਾ। ਕੋਈ ਬਾਤ ਹੈ कि हस्ती मिटती नहीं हमारी, सदियों रहा है दुश्मन दौरे जहाँ हमारा। उसनू समझ नहीं आई भी गल की है, पर गुरसिखां नू ये समझ गुरु ने बख्शी है कि साडी राखी वाला होर कोई नहीं है, साडी राखी करने वाला गुरु नानक आप है। गुरु गोबिंद सिंह महाराज आप है ने राखी करते। उन्होंने प्राणा की सिखा दे, मालो जर की सिखा दे, घर बार की सिखा दे, परिवार की सिखा दे महाराज राखी करते। गुरु शब्द रूप गुरु ग्रंथ साहिब राखी करते ने, और इत्थे लोक विच ही राखी नहीं करते, परलोक विच भी राखी करते ने। गुर का शब्द रखवारे चौकी चौगिरद हमारे। ये पुलिस की चौकी नहीं है, गुरु ने आप चौकी लाई हुई, गुरु आप विराजमान ने। राम नाम मन लागा, जम लजाए कर भागा। महाराज आप इत्थे भी ते उत्थे भी, इत्थे उत्थे रखवाला। सतगुरु जी दे अमृत बचन, इत्थे उत्थे रखवाला प्रभ सतगुर दीन दयाल। इसलिए सिख कदी जिथे भी होवेगा गुरु नाल ही होगा। पहले थाईलैंड भारती अंबैसी विच एक चंगे अहुदे ते सरदार कुलदीप सिंह आनंद उन्हां दा नाम है, वो काम करते रहे थाईलैंड बैंकॉक विच। इत्थे भी वो मिनिस्ट्री विच काम करते सन। जदों फाइनांस मिनिस्टर सन सरदार डॉक्टर मुहम्मद अपना मनमोहन सिंह, साबका प्राइम मिनिस्टर, उन्हां दे नाल उन्हां दे कोल उन्हां दे कैबिन विच काम करते रहे। फिर भारत की अंबैसी विच वड्डी पदवी लैके थाईलैंड नियुक्त होए। उन्होंने मैनू एक अपने जीवन की घटना सुनाई। हुण वो परिवार थाईलैंड विच निवास करता है। कुलदीप सिंह आनंद, उन्हों का पिछों वो राजौरी गार्डन दिल्ली तो है। मैनू कहते एक बारी असी ट्रेन में जा रहे सी, फस्ट क्लास साड़ी सीट सी। उन्होंने दिनों AC नहीं होंदा सी, फस्ट क्लास आम नॉर्मल डब्बे होंदे सन। तो कहते ने मेरी वाइफ ने बेशकीमती वाइट ज्वैलरी हीरियां दे सैट पाए हुए सन। ते साडे कैबिन विच डाकू आ गए, लुटेरे आ गए। उन्होंने दिनों च ट्रेनां आम लुट लेंदे सन। उन्हें पिछले कुछ अरसे तो सुकून बनया नहीं, तो तुसीं ये घटना आम सुनते रहे। राह विच ट्रक लुट लए, गड्डियां कारां लुट लईयां, खो लईयां, बंदे मार दिते। ट्रेनां विच भी डाके पैंदे सन। ते कहंदे ने साडे सामने दो सेठ सेठानी दोवें पैसेंजर बैठे सन, उन्होंने लुट लिया ते मारिया। ते साडे वल सिर्फ 2 वारी देखिया ते फिर वापस चले गए, सानू नहीं कुछ आख्या। तो कहते ने फिर बाद घंटा बाद असी उन्हां नाल असी भी सहमे होए सी, गलबात की, आख्या बड़ा नुकसान होया तुहाडा,
ਸਾਡੇ ਸਾਹਮਣੇ ਨਗਦੀ ਆਦਿਕ ਲੁੱਟ ਕੇ ਲੈ ਗਏ ਨੇ। ਉਹ ਕਹਿਣ ਲੱਗੇ ਸਰਦਾਰ ਜੀ ਉਹ ਗੱਲ ਤਾਂ ਠੀਕ ਹੈਗੀ ਹੈ, ਪਰ ਸਾਨੂੰ ਇਹ ਦੱਸੋ ਵੀ ਜਦੋਂ ਤੁਹਾਡੇ ਵੱਲੋਂ ਦੇਖਦੇ ਸਨ ਤੇ ਇੱਕ ਬਾਹਰ ਟ੍ਰੇਨ ਦੇ ਨਾਲ ਨਾਲ ਘੋੜੇ ਤੇ ਖੰਡਾ ਲੈ ਕੇ ਕੌਣ ਚੱਲ ਰਿਹਾ ਸੀ ਜਿਸ ਤੋਂ ਡਰੇ? ਖੰਡੇ ਵਾਲਾ ਕੌਣ ਸੀ? ਤੇ ਭਾਈ ਕੁਲਦੀਪ ਸਿੰਘ ਆਨੰਦ ਇਹ ਕਹਿ ਕੇ ਤੇ ਉਹਨਾਂ ਦੀਆਂ ਅੱਖਾਂ 'ਚ ਵੀ ਆਂਸੂ ਆ ਗਏ। ਕਹਿੰਦੇ ਹੋਰ ਕੌਣ ਹੈ? ਪਟਨਾ ਸਾਹਿਬ ਦਰਸ਼ਨਾਂ ਲਈ ਜਾ ਰਹੇ ਹਾਂ ਤੇ ਰਾਖੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਕੀਤੀ ਹੈ, ਉਹੀ ਖੰਡੇ ਵਾਲੇ ਨੇ, ਹੋਰ ਕੌਣ ਹੈ? ਪਰ ਸਾਨੂੰ ਨਹੀਂ ਦਿਖੇ, ਤੈਨੂੰ ਦਿਖ ਗਏ, ਤੂੰ ਭਾਗਾਂ ਵਾਲਾ। ਭਾਵੇਂ ਨਹੀਂ ਦਿਖੇ ਪਰ ਰਾਖੀ ਤਾਂ ਗੁਰੂ ਨੇ ਕੀਤੀ ਹੈ, ਸਾਨੂੰ ਨਾ ਵੀ ਮਹਿਸੂਸ ਹੋਵੇ। ਕਈ ਵਾਰੀ ਬੱਚਾ ਸੁੱਤਾ ਹੁੰਦਾ ਹੈ, ਬੱਚੇ ਨੂੰ ਮਹਿਸੂਸ ਨਹੀਂ ਹੁੰਦਾ, ਪਰ ਮੱਛਰਾਂ ਤੋਂ ਮੱਖੀਆਂ ਤੋਂ ਮਾਂ ਰਾਖੀ ਕਰ ਰਹੀ ਹੁੰਦੀ। ਮਜ਼ਾਲ ਹੈ ਉਸ ਦੇ ਲਾਗੇ ਕੋਈ ਆ ਜਾਏ। ਸਰਦੀ ਹੈ ਗਰਮ ਕੱਪੜੇ ਦੇਵੇਗੀ, ਗਰਮੀ ਹੈ ਸਰਦ ਕੱਪੜੇ ਦੇਵੇਗੀ। ਬੱਚੇ ਨੂੰ ਤੇ ਪਤਾ ਵੀ ਨਹੀਂ ਗਰਮੀ ਸਰਦੀ ਕਿਸ ਨੂੰ ਕਹਿੰਦੇ ਨੇ ਤੇ ਕਿਹੜੇ ਕੱਪੜੇ ਪਾਉਣੇ। ਮੈਂ ਨਹਾਉਣਾ ਹੈ ਕਿ ਨਹੀਂ ਨਹਾਉਣਾ, ਕੱਪੜੇ ਬਦਲਨੇ ਨੇ ਕਿ ਨਹੀਂ ਬਦਲਨੇ, ਮੈਂ ਮਲ ਮੂਤਰ ਨਾਲ ਲਿਬੜਿਆ ਕਿ ਨਹੀਂ ਲਿਬੜਿਆ, ਇਹ ਬਾਲਕ ਨੂੰ ਤੇ ਪਤਾ ਵੀ ਨਹੀਂ ਹੁੰਦਾ, ਮਾਂ ਰਾਖੀ ਕਰਦੀ। ਇਸ ਤਰ੍ਹਾਂ ਇਸ ਗੱਲ ਨੂੰ ਦ੍ਰਿੜਤਾ ਨਾਲ ਸਾਰੀ ਕੌਮ ਆਪਣੇ ਹਿਰਦੇ 'ਚ ਵਸਾ ਲਓ। ਸਾਰਾ ਜਗਤ ਵੀ ਜੇ ਵਿਰੋਧ ਕਰਨ ਵਾਸਤੇ ਆ ਜਾਏ, ਤੁਹਾਡਾ ਵਾਲ ਵਿੰਗਾ ਨਹੀਂ ਹੋ ਸਕਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਰਾਖੀ ਕਰ ਰਹੇ, ਆਪ ਨਿਵਾਜ ਰਹੇ। ਰਖਵਾਰੇ ਗੋਬਿੰਦ ਰਾਏ, ਆਪ ਰਾਖੀ ਕਰਦੇ ਪਏ। ਆਪ ਸਹਾਈ ਹੋਆ, ਜੈ ਜੈ ਪੇਖੋਂ ਤੈ ਹਜ਼ੂਰ, ਦੂਰ ਕਤਹੁ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਇਹ ਤੂਤ ਨਹੀਂ ਵਿਛੜੈ, ਨਾ ਇੱਥੇ ਤੇ ਨਾ ਅੱਗੇ। ਇਸ ਲਈ ਇਹ ਮੈਂ ਵਿਚਾਰ ਵਿੱਚ ਚੱਲ ਪਿਆ ਬਈ ਮਹਾਰਾਜ ਨੇ ਆਪਣੇ ਸਿੱਖ ਭਾਈ ਰੂਪ ਚੰਦ ਜੀ, ਭਾਈ ਸਾਧੂ ਜੀ ਦੇ ਪ੍ਰਾਣਾਂ ਦੀ ਰਾਖੀ ਆਪ ਕੀਤੀ ਤੇ ਪਲ ਵਿੱਚ 63 ਕਿਲੋਮੀਟਰ ਸਫ਼ਰ ਕਰਕੇ ਇੱਕ ਪਲ ਵਿੱਚ ਜਾ ਪਹੁੰਚੇ। ਬਾਕੀ ਲੋਕ ਦੇਰ ਲਾ ਸਕਦੇ ਨੇ, ਆਉਂਦੇ ਆਉਂਦੇ ਪੁਲਿਸ ਬੁਲਾਓ ਦੇਰ ਲਾਏਗੀ, ਹੋ ਸਕਦਾ SHO ਕਹਿ ਦੇਵੇ ਬਈ ਫੋਰਸ ਨਹੀਂ ਹੈ, ਮੰਗਾਉਣੀ ਪੈਣੀ ਹੈ, ਫਿਰ ਆਵਾਂਗੇ। ਅੱਗ ਲੱਗ ਗਈ, ਫਾਇਰ ਬ੍ਰਿਗੇਡ ਦੇਰ ਲਾ ਸਕਦੀ ਹੈ। ਡਾਕਟਰ ਹਸਪਤਾਲ ਵਿੱਚ ਪਹੁੰਚੇ, ਮਰੀਜ਼ ਨੂੰ ਐਡਮਿਟ ਕਰਦਿਆਂ, ਦਵਾਈ ਦਿੰਦਿਆਂ, ਆਕਸੀਜਨ ਲਾਉਂਦਿਆਂ ਦੇਰ ਲਾ ਸਕਦਾ ਹੈ, ਪਰ ਸੱਚ ਜਾਣਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸੇਵਕ ਦੀ ਰਾਖੀ ਕਰਨ ਲੱਗਿਆ ਦੇਰ ਨਹੀਂ ਲਾਉਂਦੇ, ਤਤਕਾਲ ਰਾਖੀ ਕਰਦੇ। ਜੈਕਾਰਾ ਥੋੜਾ ਜਿਹਾ ਸਾਰੀ ਸੰਗਤ ਮਿਲ ਕੇ ਗਜਾਓ। ਆਪਣੇ ਭਗਤਾਂ ਦੀ ਰਾਖੀ ਕਰਕੇ, ਰਾਖੀ ਨਹੀਂ ਕੀਤੀ, ਆਪਣੇ ਘਰ ਦੀ ਵੱਡੀ ਬਰਕਤ ਲੰਗਰ ਦੀ ਦਾਤ ਨਾਲ ਨਿਵਾਜਿਆ, ਆਪ ਨਗਰ ਦਾ ਮੋੜਾ ਗੱਡਿਆ ਤੇ ਫਿਰ ਰਾਤ ਰਸਤੇ 'ਚ ਰਹਿ ਕੇ ਤੇ ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਭਾਈ ਕੀ ਡਰੌਲੀ ਪਹੁੰਚੇ ਨੇ। ਫਿਰ ਕੁਝ ਸਮਾਂ ਇਸ ਤਰ੍ਹਾਂ ਹੀ ਗੁਜ਼ਰਦਾ ਗਿਆ। ਬਾਬਾ ਗੁਰਦਿੱਤਾ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਧੇ ਭਾਈ ਕੀ ਡਰੌਲੀ ਆਏ ਹਨ। ਮੱਥਾ ਟੇਕਿਆ ਹੈ, ਬਹੁਤ ਡਰੌਲੀ ਕੋ ਚੱਲ ਆਏ, ਪਿਤ ਕੇ ਪਾਇਨ ਬੰਧਨ ਕੀਨ, ਬੂਝੀ ਕੁਸ਼ਲ ਬਤਾਏ ਸੋ ਦੀਨ। ਮਹਾਰਾਜ ਜੀ ਨੇ ਪੁੱਛਿਆ ਸੁਣਾਓ ਠੀਕ ਹੋ? ਅੱਗੋਂ ਕਹਿ ਦਿੱਤਾ ਠੀਕ। ਬੁੱਢਣ ਸ਼ਾਹ ਨਾਲ ਜਿਸ ਤਰ੍ਹਾਂ ਮਿਲਣਾ ਹੋਇਆ ਉਹ ਸਾਰੀ ਗੱਲਬਾਤ ਬਾਬਾ ਗੁਰਦਿੱਤਾ ਜੀ ਨੇ ਸਾਹਿਬ ਗੁਰੂ ਹਰਗੋਬਿੰਦ ਜੀਆਂ ਨੂੰ ਸਰਵਣ ਕਰਾਈ। ਅਗਲੀ ਵਿਚਾਰ ਸਰਵਣ ਕਰੀਏ, ਪੇਸ਼ ਰੱਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ।
ਆਪਣੇ ਸਿੱਖਾਂ ਦੀ ਹਰ ਥਾਂ ਰਾਖੀ ਕਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬੁੱਢਣ ਸਾਹ ਮਿਲਣ ਜਿਮੁ ਜੋਵਾ। ਜਿਵੇਂ ਬਾਬਾ ਗੁਰਦਿੱਤਾ ਜੀ ਨਾਲ ਬੁੱਢਣ ਸ਼ਾਹ ਜੀ ਦਾ ਮਿਲਣਾ ਹੋਇਆ। ਨਗਰ ਬਸਾਵਨ ਕੋ ਜਿਮੁ ਹੋਵਾ। ਜਿਸ ਤਰ੍ਹਾਂ ਉੱਥੇ ਗੁਰੂ ਪਾਰ ਬ੍ਰਹਮ ਪਰਮੇਸ਼ਵਰ ਰੂਪ ਪਾਤਸ਼ਾਹ ਦੀ ਮਿਹਰ ਨਾਲ ਜਿਵੇਂ ਨਗਰ ਵਸਾਇਆ, ਇਹ ਨਗਰ ਝਟਪਟ ਹੀ ਵਸ ਗਿਆ ਸੀ, ਬਹੁਤਾ ਟਾਈਮ ਨਹੀਂ ਲੱਗਿਆ। ਬੜੀਆਂ ਕਲੋਨੀਆਂ ਹੁੰਦੀਆਂ ਨੇ, ਪਹਿਲਾਂ ਉੱਥੇ ਰੋਡ ਬਰਾਬਰ ਕਰਦੇ ਰਹਿੰਦੇ ਨੇ, ਫਿਰ ਪਲਾਟ ਕੱਟਦੇ ਨੇ, ਫਿਰ ਵਿਕਦੇ ਹੀ ਨਹੀਂ। ਤੇ ਬੜੇ ਐਸੇ ਹੁੰਦੇ ਨੇ ਵਿਕ ਜਾਂਦੇ ਨੇ, ਅੱਧੇ ਪਚੱਧੇ ਫਿਰ ਰਹਿ ਜਾਂਦੇ। ਕਈ ਥਾਈਂ 100% ਸੋਲਡ ਆਊਟ ਹੋ ਜਾਂਦੇ ਨੇ, ਪਰ ਬੜਿਆਂ ਕੋਲੋਂ ਮਕਾਨ ਬਣਦਾ ਹੀ ਨਹੀਂ, ਪਲਾਟ ਖਾਲੀ ਪਏ ਰਹਿ ਜਾਂਦੇ। ਕਲੋਨੀਆਂ ਕੋਈ ਸੌਖੀਆਂ ਨਹੀਂ ਵਸਦੀਆਂ, ਪਰ ਇਹ ਕਲੋਨੀ ਨਹੀਂ ਵਸਾਈ, ਪੂਰਾ ਨਗਰ ਵਸਾਇਆ ਤੇ ਝਟਪਟ ਵਸ ਗਿਆ। ਕਿਉਂ ਝਟਪਟ ਵਸ ਗਿਆ? ਕਿਉਂਕਿ ਸਹਾਇਤਾ ਗੁਰੂ ਹਰਗੋਬਿੰਦ ਸਾਹਿਬ ਆਪ ਕਰ ਰਹੇ ਹਨ। ਸਭ ਸਤਿਗੁਰ ਕੇ ਨਿਕਟ ਬਖਾਨੀ। ਜਿਵੇਂ ਜਿਵੇਂ ਕਲਾ ਵਰਤੀ ਉਹ ਸਾਰੀ ਮਹਾਰਾਜ ਜੀ ਨੂੰ ਦੱਸ ਰਹੇ ਹਨ। ਸੈਲ ਸਮੀਪੀ ਸੁਬੇ ਸਥਾਨੀ। ਪਹਾੜੀ ਦੇ ਲਾਗੇ, ਪਹਾੜੀ ਦੇ ਕਦਮਾਂ ਵਿੱਚ ਸੋਹਣਾ ਰਮਣੀਕ ਅਸਥਾਨ ਹੈ। ਚਰਨ ਆਪ ਚਲ ਪਾਬੋ ਜਬੈ। ਫਿਰ ਕਿਹਾ ਮਹਾਰਾਜ ਗੁਰੂ ਪਿਤਾ, ਜਗ੍ਹਾ ਤਾਂ ਬੜੀ ਸੋਹਣੀ, ਇੱਕ ਪਾਸੇ ਪਹਾੜ ਨੇ, ਨਾਲ ਸਤਲੁਜ ਦਰਿਆ ਹੈ ਇਸ ਪਾਸੇ, ਬੜੀ ਸੋਹਣੀ ਰਮਣੀਕ ਸੁਹਾਵਣੀ ਥਾਂ ਹੈ। ਪਰ ਮਹਾਰਾਜ ਪੂਰੀ ਸੁਹਾਵਣੀ ਤਾਂ ਹੋਵੇ ਜੇ ਆਪ ਚੱਲ ਕੇ ਚਰਨ ਪਾਓ, ਤੁਹਾਡੇ ਚਰਨ ਪੈਣ ਤੇ ਫਿਰ ਸੁਹਾਵਣੀ ਹੋ। ਇਸ ਨੁਕਤੇ ਨੂੰ ਵੀ ਸਮਝਣ ਦਾ ਯਤਨ ਕਰਨਾ ਚਾਹੀਦਾ। ਭਾਵੇਂ ਕਿਸੇ ਦੀ ਜ਼ਿੰਦਗੀ ਬੜੀ ਵਧੀਆ ਹੋਵੇ, ਧਨ ਕੋਲ ਹੋਵੇ, ਚੰਗੀਆਂ ਪਦਵੀਆਂ ਕੋਲ ਹੋਵਣ, ਰਾਜ ਦਰਬਾਰ, ਸਰਕਾਰੀ ਦਰਬਾਰੇ ਚੰਗੀ ਰਸਾਈ ਹੋਵੇ, ਪਹੁੰਚ ਹੋਵੇ, ਹੁਕਮਰਾਨ ਹੋਵੇ, ਤੇ ਇਹੀ ਤਾਂ ਲੋਕੀ ਕਹਿੰਦੇ ਨੇ ਵੱਡੇ ਵੱਡੇ ਮਕਾਨ ਹੋਣ, ਬਈ ਬੜੀ ਵਧੀਆ ਜ਼ਿੰਦਗੀ ਹੈ, ਔਲਾਦ ਵੀ ਆਗਿਆਕਾਰੀ ਹੋਵੇ, ਪਤ ਪਤਨੀ ਦਾ ਚੰਗਾ ਮੇਲ ਹੋਵੇ, ਰਸੂਖ ਹੋਵੇ। ਪਰ ਜ਼ਿੰਦਗੀ ਸੁਹਾਵਣੀ ਉਦੋਂ ਹੀ ਬਣਦੀ ਹੈ ਜਦੋਂ ਸਿੱਖ ਦੀ ਜ਼ਿੰਦਗੀ ਵਿੱਚ ਗੁਰੂ ਆ ਜਾਏ, ਉਦੋਂ ਪਹਿਲੇ ਸੁਹਾਵਣੀ ਨਹੀਂ ਬਣਦੀ। ਆਪ ਆਖੋਗੇ ਗੁਰੂ ਦਾ ਆਉਣਾ ਕੀ ਹੈ? ਇਹ ਅੰਮ੍ਰਿਤ ਪਾਨ ਕਰਨਾ ਗੁਰੂ ਦਾ ਆਉਣਾ ਹੈ। ਗੁਰੂ ਬਖਸ਼ੇ 5 ਮਹਾਨ ਪਵਿੱਤਰ ਕਕਾਰ ਧਾਰਨ ਕਰਨਾ, ਇਹ ਗੁਰੂ ਦਾ ਆਉਣਾ ਹੈ। ਗੁਰੂ ਬਖਸ਼ੀਆਂ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ, ਅੰਮ੍ਰਿਤ ਵੇਲੇ ਜਾਗਣਾ, ਜਾਪ ਕਰਨਾ, ਇਹ ਗੁਰੂ ਦਾ ਆਉਣਾ ਹੈ। ਬਾਬਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਬੜਾ ਸੋਹਣਾ ਨਗਰ ਵਸਿਆ, ਪਰ ਸੁਹਾਵਾ ਤਾਂ ਹੋਵੇ, ਸੋਭਾ ਨੇਕ ਤਾਂ ਹੋਵੇ, ਸੋਭ ਨੇਕ ਤਾਂ ਹੋਵੇ ਜੇ ਆਪ ਚਰਨ ਆਪ ਚੱਲ ਪਾਵੋ ਜਬੈ। ਹਾਂਜੀ। ਸੈਲ ਸਮੀਪ ਸੁਵੇ ਸਥਾਨਾ। ਚਰਨ ਆਪ ਚੱਲ ਪਾਵੋ ਜਬੈ। ਸੋਭੈ ਪਾਵਨ ਹੈ ਕਰਤਬੈ। ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਥਾਂ ਬੜਾ ਸੋਹਣਾ ਹੈ, ਪਹਾੜੀਆਂ ਨੇ, ਦਰਿਆ ਰਵਾਨਗੀ ਹੈ, ਠੰਡੀਆਂ ਹਵਾਵਾਂ ਆਉਂਦੀਆਂ ਨੇ, ਗਰਮੀ ਦਾ ਕੋਈ ਝੋਕਾ ਨਹੀਂ, ਸਭ ਕੁਝ ਠੀਕ ਹੈ, ਸਭ ਕੁਝ ਠੀਕ ਹੈ, ਗਲੀਆਂ ਬਾਜ਼ਾਰ ਬਣੇ ਨੇ, ਪਰ ਮਹਾਰਾਜ ਸੋਭ ਨੇਕ ਤਾਂ ਹੀ ਹੋਵੇਗਾ ਜੇ ਆਪ ਚਰਨ ਪਾਓ। ਜੇ ਆਪ ਨੇ ਨਾ ਚਰਨ ਪਾਏ ਤਾਂ ਉਹ ਨਗਰ ਸੁਭਾਗਾ ਨਹੀਂ ਹੋਵੇਗਾ। ਸੁਨਤ ਪੁੱਤਰ ਤੇ ਸਾਧ ਬਖਾਨਾ। ਜਦ ਸਾਰੀ ਨਗਰ ਦੀ ਰਚਨਾ, ਨਗਰ ਦੀ ਬਣਤਰ, ਸੁੰਦਰਤਾ ਆਦਿਕ ਬਿਆਨ ਕੀਤੀ ਬਾਬਾ ਗੁਰਦਿੱਤਾ ਸਾਹਿਬ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਾਬਾਸ਼ ਦਿੱਤੀ, ਆਖਿਆ ਸ਼ਾਬਾਸ਼ ਪੁੱਤਰ, ਬੜਾ ਸੋਹਣਾ ਨਗਰ ਵਸਾਇਆ ਹੈ ਜੇ। ਕਰਿਓ ਕਰਮ ਸਗਰੋ ਸਨਮਾਨਾ। ਔਰ ਸਾਰਾ ਜਿਹੜਾ ਕੰਮ ਹੋਇਆ ਹੈ ਉਹ ਸਾਰਾ ਸਲਾਹਿਆ ਮਹਾਰਾਜ। ਉਹਨੇ ਦੱਸਿਆ ਵੀ ਬਾਜ਼ਾਰ ਇਸ ਤਰ੍ਹਾਂ ਨੇ, ਬਾਬਾ ਜੀ ਨੇ ਦੱਸਿਆ ਗਲੀਆਂ ਇਸ ਤਰ੍ਹਾਂ ਨੇ, ਮਕਾਨ ਇਸ ਤਰ੍ਹਾਂ ਨੇ, ਪਹਾੜੀ ਦੇਖ ਇਸ ਤਰ੍ਹਾਂ ਹੈ,
ਤੇ ਸਾਹਿਬ ਜੀ ਨੇ ਸਾਰੇ ਜੋ ਸਜਾਉਣ ਲਈ ਬਣਾਉਣ ਲਈ ਕਰਮ ਕੀਤੇ ਉਹ ਸਾਰੇ ਮਹਾਰਾਜ ਨੇ ਤਾਰੀਫ ਕੀਤੀ ਹੈ। ਸ੍ਰੀ ਹਰਿ ਰਾਏ ਅੰਕ ਮੈਂ ਲਾ ਲਏ। ਇਸ ਤਰ੍ਹਾਂ ਫਿਰ ਮਾਤ ਜੀ ਅਨੰਤੀ ਜੀ ਸ੍ਰੀ ਹਰਿ ਰਾਏ ਸਾਹਿਬ ਜੀ ਨੂੰ ਆਪਣੇ ਗੋਦੀ ਵਿੱਚ ਚੁੱਕਿਆ ਹੋਇਆ ਹੈ। 29 ਚਰਨ ਬੰਦਨਾ ਕੈ। ਮਾਤਾ ਅਨੰਤੀ ਜੀ ਨੇ ਚਰਨ ਬੰਦਨਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸਹੁਰਾ ਸਾਹਿਬ ਨੇ, ਉਹਨਾਂ ਦੇ ਸਹੁਰਾ ਪਿਤਾ ਹਨ ਤੇ ਉਹ ਨੁਖਾ ਹਨ, ਸਨੂਖਾ ਹਨ, ਨੂੰਹ ਹਨ। ਇਸ ਲਈ ਉਹਨਾਂ ਨੇ ਮਹਾਰਾਜ ਜੀ ਦਾ ਸਪੁੱਤਰਾ ਸ੍ਰੀ ਹਰਿ ਰਾਏ ਸਾਹਿਬ ਜੀ ਨੂੰ ਆਪਣੇ ਕੁੱਛੜ ਚੁੱਕਿਆ ਹੋਇਆ। ਤੇ ਉਸ ਤਰ੍ਹਾਂ ਦੋਹਾਂ ਮਾਂ ਪੁੱਤਰਾਂ ਨੇ, ਭਾਵ ਮਹਾਰਾਜ ਜੀ ਦੀ ਨੂੰਹ ਤੇ ਮਹਾਰਾਜ ਜੀ ਦੇ ਸਪੁੱਤਰੇ ਸ੍ਰੀ ਹਰਿ ਰਾਏ ਸਾਹਿਬ ਜੀ ਨੇ ਮੱਥਾ ਟੇਕਿਆ। ਜੁਗ ਪੌਤਰਨ ਪਾਇਨ ਪਰ ਪਾਏ। ਦੋਵੇਂ ਪੁੱਤਰੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਰਖਵਾਇਆ ਹੈ। ਇਕ ਪੌਤਰਨ ਸਤਿਗੁਰ ਹਰਿ ਖਾਏ। ਦੋਵਾਂ ਪੁੱਤਰਾਂ ਨੂੰ, ਧੀਰਮਲ ਜੀ ਨੂੰ ਤੇ ਸ੍ਰੀ ਹਰਿ ਰਾਏ ਜੀ ਨੂੰ ਦੇਖ ਕੇ ਮਹਾਰਾਜ ਖੁਸ਼ ਹੋਏ ਹਨ। ਬੈਠਾਰੇ ਨਿਜ ਅੰਕ ਮਝਾਰੇ। ਤੇ ਦੋਹਾਂ ਨੂੰ ਮਾਤ ਅਨੰਤੀ ਜੀ ਕੋਲੋਂ ਲੈ ਕੇ ਤੇ ਆਪਣੇ ਦੋਹਾਂ ਜੰਗਾਂ ਤੇ ਮਹਾਰਾਜ ਨੇ ਬਿਠਾ ਲਿਆ। ਧੀਰਮਲ ਜੀ ਨੂੰ ਵੀ ਤੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਗੋਦ ਵਿੱਚ ਦੋਹਾਂ ਨੂੰ ਇਕੱਠੇ ਹੀ ਮਹਾਰਾਜ ਨੇ ਬਿਠਾਇਆ। ਮਰਤਬਾਨੀ ਕੇ ਹਸਤ ਦੁਲਾ ਸਹਿਤ ਦੁਲਾ। ਬੜੇ ਪਿਆਰੇ ਮਿੱਠੇ ਬੋਲ ਮਹਾਰਾਜ ਨੇ, ਜਿਵੇਂ ਬਾਲਕਾਂ ਨੂੰ ਪਿਤਾ ਖਿਡਾਉਂਦਾ ਹੈ, ਦਾਦਾ ਖਿਡਾਉਂਦਾ ਹੈ, ਦਾਦੀ ਖਿਡਾਉਂਦੀ ਹੈ, ਇਸ ਤਰ੍ਹਾਂ ਖਿਡਾਇਆ ਮਹਾਰਾਜ ਨੇ। ਪੋਤਰੇ ਜੋ ਸਨ ਤੇ ਬਹੁਤ ਮਿੱਠੇ ਬੋਲਾਂ ਨਾਲ, ਦੁਲਾਰ ਸਹਿਤ ਉਹਨਾਂ ਨੂੰ ਖਿਡਾਇਆ ਹੈ। ਗੁਰਤਾ ਉਚਿਤ ਲਖੇ ਹਰਿ ਰਾਏ। ਫਿਰ ਮਹਾਰਾਜ ਜੀ ਨੇ ਇਹ ਵੀ ਦੇਖ ਲਿਆ ਬਈ ਸਾਡੇ ਤੋਂ ਬਾਅਦ ਗੁਰਤਾ ਗੱਦੀ ਦੇ ਲਾਇਕ ਸ੍ਰੀ ਹਰਿ ਰਾਏ ਜੀ ਹੈਗੇ। ਮਹਾਰਾਜ ਜੀ ਨੇ ਉੱਥੇ ਹੀ ਦੇਖ ਲਿਆ, ਆਪਣੀ ਗੋਦੀ ਵਿੱਚ ਨਹੀਂ ਬਿਠਾਇਆ, ਅਸਲ 'ਚ ਗੱਦੀ ਤੇ ਹੀ ਬਿਠਾਇਆ ਹੈ। ਕਿਰਪਾ ਦ੍ਰਿਸ਼ਟ ਤਿਨ ਪਰ ਅਧਿਕਾਏ। ਇਸ ਕਰਕੇ ਸ੍ਰੀ ਹਰਿ ਰਾਏ ਜੀਆਂ ਤੇ ਆਪ ਛੋਟੇ ਹਨ, ਧੀਰਮਲ ਜੀ ਵੱਡੇ ਹਨ ਤੇ ਸ੍ਰੀ ਹਰਿ ਰਾਏ ਜੀ ਤੇ ਜ਼ਿਆਦਾ ਮਿਹਰ ਦੀ ਨਜ਼ਰ ਨਾਲ ਤੱਕ ਰਹੇ ਹਨ। ਸ੍ਰੀ ਗੁਰ ਦਿੱਤਾ ਅੰਤਰ ਗਏ। ਇਸ ਤਰ੍ਹਾਂ ਮਹਾਰਾਜ ਜੀ ਨੂੰ ਮਿਲ ਕੇ ਔਰ ਇਹ ਬਲਿਹਾਰ ਜਾਂਦੇ ਹੋਏ ਕਿ ਦੋਹਾਂ ਬੱਚਿਆਂ ਨੂੰ ਗੋਦ ਵਿੱਚ ਬਿਠਾ ਲਿਆ। ਬਾਬਾ ਗੁਰਦਿੱਤਾ ਜੀ ਜਾਣਦੇ ਨੇ ਵੀ ਗੁਰੂ ਗੋਦ ਵਿੱਚ ਬੈਠਣ ਦੀ ਵਡਿਆਈ ਕਿੰਨੀ, ਛੋਟੀ ਮੋਟੀ ਵਡਿਆਈ ਨਹੀਂ। ਆਪ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਆ ਕੇ ਬੈਠੇ ਹੋ, ਇਹ ਕੋਈ ਛੋਟੀ ਵੱਡੀ ਮੋਟੀ ਬਰਕਤ ਨਹੀਂ, ਅਨੰਤ ਬਰਕਤਾਂ ਦੀ ਭਰੀ ਹੋਈ ਇਹ ਇੱਕ ਬਰਕਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ। ਬਹੁਤ ਖੁਸ਼ ਹੋਏ ਤੇ ਅੰਦਰ ਮਾਤਾਵਾਂ ਹਨ, ਉੱਥੇ ਗਏ ਹਨ। ਤੀਨ ਮਾਤ ਕੋ ਬੰਦਤ ਪਇਓ। ਤੇ ਤਿੰਨਾਂ ਹੀ ਮਾਤਾਵਾਂ ਨੂੰ, ਮਾਤ ਦਮੋਦਰੀ ਜੀ, ਮਾਤ ਮਰਵਾਹੀ ਜੀ, ਮਾਤ ਨਾਨਕੀ ਜੀ, ਤਿੰਨਾਂ ਨੂੰ ਹੀ ਨਮਸਕਾਰਾਂ ਕੀਤੀਆਂ, ਚਰਨਾਂ ਤੇ ਸਿਰ ਰੱਖਿਆ, ਮੱਥਾ ਟੇਕਿਆ। ਦਮੋਦਰੀ ਸੁਤ ਹਰਿ ਖਾਈ। ਤੇ ਉਹਨਾਂ ਨੇ ਸੁਧਾ ਸਮਾਨ ਆਸਿਖਾ ਗਾਈ, ਅੰਮ੍ਰਿਤਮਈ ਅਸੀਸਾਂ ਦਿੱਤੀ। ਆਖਿਆ ਤੁਹਾਨੂੰ ਨਾਮ ਚੇਤਾ ਆਵੇ, ਇਹ ਅਸੀਸ ਦਿਆ ਕਰੋ। ਅਸੀਂ ਅਸੀਸ ਦਿੰਦੇ ਹਾਂ, ਕਿਸੇ ਬੱਚੇ ਨੇ, ਕਿਸੇ ਲਘੂ ਸਾਡੇ ਤੋਂ ਜਿਸ ਦੀ ਉਮਰ ਘੱਟ ਹੈ, ਪੈਰੀਂ ਹੱਥ ਲਾਉਂਦਾ, ਅਸੀਂ ਕਹਿੰਦੇ ਹਾਂ ਜਿਉਂਦਾ ਰਹੋ, ਵੱਡੀ ਉਮਰ ਵਾਲਾ ਹੋ। ਇਹ ਅਸੀਸ ਦਿੰਦੇ ਰਹਿੰਦੇ ਹਾਂ, ਬਜ਼ੁਰਗ ਵੀ ਦਿੰਦੇ ਨੇ, ਪਰ ਸਾਧ ਸੰਗਤ ਇਹ ਅਸੀਸ ਕਿਸੇ ਦੀ ਸੱਚ ਤੇ ਨਹੀਂ ਹੋਈ ਅੱਜ ਤੱਕ। ਕੋਈ ਜਿਉਂਦਾ ਰਿਹਾ, ਕੋਈ ਬੰਦਾ ਦੱਸੋ ਜਿਹੜਾ ਜਿਉਂਦਾ ਰਿਹਾ ਹੋਵੇ। ਇਹ ਅਸੀਸ ਦੇਣ ਦੀ ਲੋੜ ਹੀ ਨਹੀਂ, ਇਹ ਪੂਰੀ ਨਹੀਂ ਹੁੰਦੀ। ਫਿਰ ਇਹਦੀ ਜਗ੍ਹਾ ਅਸੀਸ ਦਿਆ ਕਰੋ ਬਈ ਤੈਨੂੰ ਗੁਰੂ ਨਾਨਕ ਦੀ ਸਿੱਖੀ ਪ੍ਰਾਪਤ ਹੋਵੇ, ਇਹ ਅਸੀਸ ਦਿਆ ਕਰੋ। ਤੈਨੂੰ ਕਲਗੀ ਵਾਲੇ ਦਾ ਅੰਮ੍ਰਿਤ ਪ੍ਰਾਪਤ ਹੋਵੇ। ਜੇ ਨਹੀਂ ਅੰਮ੍ਰਿਤ ਛਕਿਆ ਤਾਂ ਇਹ ਅਰਦਾਸ ਕਰਿਆ, ਨਹੀਂ ਅੰਮ੍ਰਿਤ ਵੇਲੇ ਉੱਠਦਾ ਤੇ ਇਹ ਅਸੀਸ ਦਿਆ ਕਰੋ, ਗੁਰੂ ਦੀ ਮਿਹਰ ਹੋਵੇ ਤੇ ਤੈਨੂੰ ਅੰਮ੍ਰਿਤ ਵੇਲਾ ਪ੍ਰਾਪਤ ਹੋਵੇ, ਤੈਨੂੰ ਨਿਤਨੇਮ ਪ੍ਰਾਪਤ ਹੋਵੇ। ਇਹ ਤੁਹਾਡੀ ਅਸੀਸ ਜੇ ਗੁਰੂ ਪਾਤਸ਼ਾਹ ਜੀ ਨੇ ਦਿੱਤੀ ਹੋਈ ਤੇ ਕਿਰਪਾ ਕਰ ਦਿੱਤੀ, ਇਹ ਸਫਲ ਹੋ ਗਈ ਤੇ ਫਿਰ ਇੱਕ ਜਨਮ ਕੀ ਜਿੰਨਾ ਚਿਰ ਸੰਸਾਰ ਰਹੇਗਾ ਉਹ ਜਿਉਂਦਾ ਹੀ ਰਹੇਗਾ, ਮਰੇਗਾ ਨਹੀਂ। ਨਾ ਉਹ ਮਰੇ ਨਾ ਹੋਵੇ ਸੋ।
ਨਾਮ ਰਹਿਓ ਸਾਧੂ ਰਹਿਓ ਸਦਾ ਹੀ ਰਹੇ। ਅੱਜ ਸ਼੍ਰੀਮਾਨ ਸਿੰਘ ਸਾਹਿਬ ਹੈਡ ਗ੍ਰੰਥੀ ਤੇ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਗਿਆਨੀ ਮਾਨ ਸਿੰਘ ਜੀ ਦੀ 21ਵੀਂ ਅੱਜ ਯਾਦ ਹੈ। ਅੱਜ ਦੇ ਦਿਨ ਉਹਨਾਂ ਨੇ 14 ਅਗਸਤ 2000 ਵਿੱਚ ਉਹਨਾਂ ਨੇ ਸਰੀਰ ਤਿਆਗਿਆ ਸੀ। ਅੱਜ ਉਹਨਾਂ ਦੀ 21ਵੀਂ ਯਾਦ ਮਨਾਈ ਗਈ। ਉਹਨਾਂ ਨੂੰ ਮਹਾਰਾਜ ਜੀ ਨੇ ਇਤਨੀ ਅਸੀਸ ਦਿੱਤੀ ਕਿ ਆਖਰੀ ਸਵਾਸ ਤੱਕ ਉਹ ਸਤਿਗੁਰੂ ਜੀ ਦੇ ਤਖਤ ਦੀ ਸੇਵਾ ਵਿੱਚ ਜੁੜੇ ਰਹੇ। ਤੇ ਫਿਰ ਕੋਈ ਮਰ ਥੋੜ੍ਹੀ ਗਏ, ਚਲੇ ਥੋੜ੍ਹੀ ਗਏ। ਸਵੇਰੇ ਮਹਾਰਾਜ ਜੀ ਦੇ ਘਰ ਇੰਝ ਲੱਗਦਾ ਵੀ ਜਿਵੇਂ ਬਿਰਾਜਮਾਨ ਹੋਏ ਨੇ, ਬੈਠੇ ਹੋਏ ਨੇ, ਸੇਵਾ ਕਰ ਰਹੇ। ਐਸੇ ਪੁਰਖ ਜਾਂਦੇ ਨੇ, ਗੁਰੂ ਉਹਨਾਂ ਨੂੰ ਮਰਨ ਨਹੀਂ ਦਿੰਦਾ। ਸਰੀਰ ਤਾਂ ਸਭ ਦੇ ਜਾਂਦੇ। ਇਹ ਅਸੀਸ ਗੁਰੂ ਕੋਲੋਂ ਮਿਲ ਗਈ। ਮਹਾਰਾਜ ਕਹਿੰਦੇ ਨੇ ਇਹ ਅਸੀਸ ਦੇਵੋ ਪੁੱਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਨਾਮ ਚੇਤਾਵੇ, ਨਾਮ ਨਾਲ ਮਨ ਜੁੜੇ, ਇਹ ਅਸੀਸ ਦੇਈਏ। ਕਿਉਂਕਿ ਇਹ ਅਸੀਸ ਤਾਂ ਸਤਿਗੁਰੂ ਜੀ ਨੇ ਆਪ ਦਿੱਤੀ, ਮਾਤਾਵਾਂ ਨੇ ਆਪ ਦਿੱਤੀ। ਸੁਦਾ ਸਮਾਨ ਅੰਮ੍ਰਿਤਮਈ ਅਸੀਸਾਂ ਉਹਨਾਂ ਨੇ ਪ੍ਰਦਾਨ ਕੀਤੀਆਂ। ਬਹੁਰ ਨਾਨਕੀ ਅਰ ਮਰਵਾਹੀ। ਪਹਿਲਾਂ ਮਾਤ ਦਮੋਦਰੀ ਜੀ ਨੇ ਅਸੀਸਾਂ ਦਿੱਤੀਆਂ ਮੱਥਾ ਟੇਕਣ ਤੇ, ਫਿਰ ਮਾਤ ਨਾਨਕੀ ਜੀ ਅਤੇ ਮਾਤਾ ਮਰਵਾਹੀ ਜੀ ਨੇ ਅਸੀਸਾਂ ਦਿੱਤੀਆਂ। ਦਈ ਅਸੀਸ ਰਹੋ ਮੁਦ ਮਾਹੀ। ਆਖਿਆ ਗੁਰੂ ਸਦਾ ਹੀ ਨਾਮ ਦੀ ਦਾਤ ਦੇ ਕੇ ਤੇ ਪ੍ਰਸੰਨਤਾ ਬਣਾਈ ਰੱਖੇ, ਝੋਰੇ ਨਾ ਲੱਗਣ, ਚਿੰਤਾਵਾਂ ਨਾ ਵਿਆਪਣ, ਸਦਾ ਹਿਰਦਾ ਆਨੰਦ ਵਿੱਚ ਰਹੇ। ਮਿਲ ਕਰ ਬਹਿਰ ਨਿਕਸ ਤਬ ਆਏ। ਇਹਨਾਂ ਹੀ ਮਾਤਾਵਾਂ ਦੀਆਂ ਅਸੀਸਾਂ ਲੈ ਕੇ ਫਿਰ ਬਾਬਾ ਜੀ ਬਾਹਰ ਆਏ ਹਨ। ਮਿਲੇ ਸਕਲ ਹੀ ਬੰਧਨ ਗਾਏ। ਸਾਰੇ ਪਰਿਵਾਰ ਨੇ ਮਿਲ ਕੇ ਸਤਿਗੁਰੂ ਜੀ ਨੂੰ ਨਮਸਕਾਰਾਂ ਕੀਤੀਆਂ, ਬੰਦਨਾ ਕੀਤੀ। ਔਰ ਇਸ ਤਰ੍ਹਾਂ ਹੋਰ ਵੀ ਜੋ ਮਸਨਦ ਆਦਿਕ ਹਨ, ਜੋ ਮਹਾਰਾਜ ਜੀ ਦੇ ਨਿਵਾਜੇ ਹੋਏ ਮਸੰਦ ਹਨ, ਜੋ ਕਾਰਪੇਟਾ ਲਿਆਉਂਦੇ, ਉਹਨਾਂ ਸਾਰਿਆਂ ਨੇ ਵੀ ਬਾਬਾ ਗੁਰਦਿੱਤਾ ਜੀ ਨੂੰ, ਗੁਰੂ ਦੇ ਸਾਹਿਬਜ਼ਾਦੇ ਹਨ, ਨਮਸਕਾਰ ਕੀਤੀ, ਬੰਦਨਾ ਕੀਤੀ। ਸਾਈ ਦਾਸ ਆਦ ਵਿਦਿਆਦ। ਇਸ ਤਰ੍ਹਾਂ ਫਿਰ ਭਾਈ ਸਾਈਂ ਦਾਸ ਜੀ, ਬ੍ਰਹਮ ਗਿਆਨ ਦਾ ਸਾਖਸ਼ਾਤ ਮੂਰਤ ਰੂਪ ਭਾਈ ਸਾਈਂ ਦਾਸ ਜੀ ਤੇ ਧੰਨ ਧੰਨ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਮਿਲੇ ਕੁਸਲ ਬੂਝਤ ਅਹਿਲਾਦ। ਬੜੇ ਪ੍ਰੇਮ ਨਾਲ ਮਿਲੇ ਤੇ ਕੁਸ਼ਲ ਮੰਗਲ ਪੁੱਛਿਆ। ਗੁਰ ਸੁਤ ਸਕਲ ਬਾਤ ਕੇ ਲਾਇਕ। ਤੇ ਨਾਲੇ ਇਹ ਵੀ ਕਿਹਾ ਵੀ ਤੁਸੀਂ ਗੁਰੂ ਸਾਹਿਬ ਜੀ ਦੇ ਸਪੁੱਤਰ ਹੋ ਤੇ ਹਰ ਤਰ੍ਹਾਂ ਲਾਇਕ, ਭਾਵ ਸਭ ਕੁਝ ਕਰ ਸਕਦੇ, ਸਾਰੀਆਂ ਬਰਕਤਾਂ ਸ਼ਕਤੀਆਂ ਤੁਹਾਡੇ ਵਿੱਚ ਹਨ। ਮਿੱਤਰਨ ਹਰ ਖਤ ਸਤਰੁਨ ਕਾਇਕ। ਆਪ ਜਿਹੜੇ ਗੁਰੂ ਨਾਲ ਜੁੜੇ ਹੋਏ ਮਿੱਤਰ ਹਨ ਉਹਨਾਂ ਲਈ ਖੁਸ਼ੀਆਂ ਦਿੰਦੇ ਹੋ, ਤੇ ਜਿਹੜੇ ਸ਼ਤਰੁਤਾ ਕਰਦੇ ਨੇ ਉਹਨਾਂ ਦਾ ਖਾਤਮਾ ਕਰ ਸਕਦੇ। ਭਾਵ ਸਾਰੀਆਂ ਰਿੱਧੀਆਂ ਸਿੱਧੀਆਂ ਦੇ, ਸ਼ਕਤੀਆਂ ਦੇ, ਕਰਾਮਾਤਾਂ ਦੇ ਮਾਲਕ ਹੋ। ਉਨਤੀ ਕਰ ਅੰਤਰ ਵਰੀ। ਇਸ ਤਰ੍ਹਾਂ ਫਿਰ ਸਨੁਖਾ ਮਹਾਰਾਜ ਜੀ ਦੀ ਨੂੰ ਮਾਤਾਵਾਂ ਨੂੰ ਮੱਥਾ ਟੇਕਣ ਲਈ ਅੰਦਰ ਆਏ ਹਨ। ਸਭ ਸਾਸਨ ਕੋ ਬੰਧਨ ਉਹਨਾਂ ਕਰੀ। ਤਿੰਨੇ ਹੀ ਸੱਸ ਮਾਤਾਵਾਂ ਨੂੰ ਨਮਸਕਾਰਾਂ ਕੀਤੀਆਂ। ਪੌਤਰੇ ਪਿਖਤ ਪਰਮ ਤੇ ਹੁਲਸਾਈ। ਫਿਰ ਪੋਤਰਿਆਂ ਨੂੰ ਦੇਖ ਕੇ ਤਿੰਨੇ ਹੀ ਮਾਤਾਵਾਂ ਬਹੁਤ ਖੁਸ਼ ਹੋਈਆਂ ਹਨ। ਗੈ ਬਾਹੁਨ ਲੈ ਅੰਕ ਤੇ ਬਿਠਾਈ। ਬਾਹਾਂ ਤੋਂ ਪਕੜ ਪਕੜ ਕੇ ਪੋਤਰਿਆਂ ਨੂੰ ਆਪਣੀ ਆਪਣੀ ਗੋਦ ਵਿੱਚ ਬਿਠਾ ਰਹੇ, ਭਾਵ ਚੁੱਕ ਕੇ ਉਹਨਾਂ ਨੂੰ ਆਪਣੀ ਗੋਦ 'ਚ ਮਾਤਾਵਾਂ ਬਿਠਾ ਰਹੇ ਹਨ। ਕਰੀ ਨਮੋ ਰਾਮੋ ਪਗ ਫੇਰ। ਫਿਰ ਇਸ ਤਰ੍ਹਾਂ ਤਿੰਨਾਂ ਹੀ ਮਾਤਾਵਾਂ ਨੂੰ ਮੱਥਾ ਟੇਕ ਕੇ ਤੇ ਫਿਰ ਬਹੁਤ ਸੁਭਾਗੀ ਆਤਮਾ, ਰੋਮ ਰੋਮ ਕਰਕੇ ਗੁਰੂ ਵਿੱਚ ਅਭੇਦ ਆਤਮਾ ਬੀਬੀ ਰਾਮੋ ਜੀ ਨੂੰ ਵੀ ਉਹਨਾਂ ਨੇ ਮਾਤਾ ਅਨੰਤੀ ਜੀ ਨੇ ਮੱਥਾ ਟੇਕਿਆ। ਜੁਗ ਪੁੱਤਰਨ ਹੋਏ ਬੈਸ ਵਡੇਰ। ਤੇ ਉਹਨਾਂ ਨੇ ਵੀ ਅਸੀਸਾਂ ਦਿੱਤੀਆਂ ਵੀ ਵੱਡੀ ਉਮਰ ਹੋਵੇ, ਨਾਮ ਚੇਤਾਵੇ, ਵਡਿਆਈਆਂ ਬਣਨ। ਸਭ ਸਾਸਨ ਸੁਭ ਨੁਖਾ ਨਿਹਾਰੀ। ਸਾਰੀਆਂ ਸੱਸ ਮਾਤਾਵਾਂ ਨੇ ਆਪਣੀ ਭਾਗਸ਼ਾਲੀ ਨੂੰਹ ਨੂੰ
ਪ੍ਰੇਮਮਈ ਨਜ਼ਰ ਨਾਲ ਦੇਖਿਆ ਸਨਮਾਨੀ ਬਹੁ ਨਿਕਟ ਤੇ ਬਿਠਾਰੀ। ਬਹੁਤ ਸਨਮਾਨ ਨਾਲ ਆਪਣੇ ਲਾਗੇ ਜਿਹੜੇ ਪੀੜੇ ਲੱਗੇ ਹੋਏ ਸਨ ਉੱਥੇ ਬਿਠਾਇਆ। ਸਾਧ ਸੰਗਤ ਇੱਕ ਐਸਾ ਦ੍ਰਿਸ਼ਟਾਂਤ ਹੈ, ਜੇ ਕਿਧਰੇ ਨੂੰਹ ਸੱਸ ਵਿੱਚ ਇਹ ਦ੍ਰਿਸ਼ਟਾਂਤ ਸਮਾ ਜਾਏ, ਜੀਵਨ ਵਿੱਚ ਆ ਜਾਏ, ਬਈ ਨਿਰਾ ਨੂੰਹ ਨਹੀਂ ਸੱਸ ਦਾ ਸਨਮਾਨ ਨਹੀਂ ਕਰਨਾ ਹੁੰਦਾ, ਸੱਸ ਨੇ ਵੀ ਨੂੰਹ ਦਾ ਸਨਮਾਨ ਕਰਨਾ ਹੁੰਦਾ। ਦੋਵਾਂ ਪਾਸਿਆਂ ਤੋਂ ਅਦਬ ਹੋਵੇ ਤੇ ਫਿਰ ਆਨੰਦ ਦਾ ਜਨਮ ਆਪੇ ਹੀ ਹੋ ਜਾਂਦਾ। ਫਿਰ ਘਰ ਸਵਰਗ ਬਣ ਜਾਂਦੇ ਨੇ, ਸਵਰਗ ਆਸਮਾਨਾਂ 'ਤੇ ਲੱਭਣ ਦੀ ਲੋੜ ਨਹੀਂ, ਫਿਰ ਘਰ ਹੀ ਸਵਰਗ ਬਣ ਜਾਂਦੇ ਨੇ, ਆਨੰਦ ਜੀਵਨ ਵਿੱਚ ਬਰਸ ਪੈਂਦਾ ਹੈ। ਬਸ ਨੁਕਤਾ ਇਹ ਹੈ ਬਈ ਵੱਡਿਆਂ ਦਾ ਹੀ ਸਨਮਾਨ ਨਹੀਂ ਕਰਨਾ, ਵੱਡਿਆਂ ਨੇ ਵੀ ਸਨਮਾਨ ਕਰਨਾ ਹੈ। ਸਭਨ ਵਿਖੇ ਆਨੰਦ ਵੱਡ ਹੋਵਾ। ਇਸ ਸਨਮਾਨ ਦੇ ਆਦਾਨ ਪ੍ਰਦਾਨ ਕਰਕੇ ਸਾਰਿਆਂ ਵਿੱਚ ਹੀ ਬਹੁਤ ਵੱਡਾ ਆਨੰਦ ਹਿਰਦਿਆਂ 'ਚ ਬਰਸਿਆ ਗੁਰ ਹੈ। ਪਰਿਵਾਰ ਏਕ ਥਲ ਜੋਵਾ। ਸਭ ਸਿੱਖ ਸੰਗਤਾਂ ਇਹ ਪ੍ਰਸੰਨ ਹਨ ਕਿ ਮਹਾਰਾਜ ਜੀ ਦਾ ਸਾਰਾ ਪਰਿਵਾਰ ਇੱਕ ਜਗ੍ਹਾ ਇਕੱਤਰਤ ਹੋਇਆ, ਦਰਸ਼ਨ ਹੋਏ ਹਨ। ਕੇਤਕ ਦਿਨ ਪੁਨ ਵਸਤ ਇਸ ਬਿਤਾਏ। ਤਰ੍ਹਾਂ ਫਿਰ ਕਿੰਨੇ ਹੀ ਦਿਨ ਮਹਾਰਾਜ ਜੀ ਦੇ ਕੋਲ ਧੀਰਮਲ ਜੀ ਨੂੰ, ਗੁਰੂ ਹਰਿਰਾਏ ਸਾਹਿਬ ਜੀ ਨੂੰ ਬਾਲ ਅਵਸਥਾ ਹੈ, ਖੇਲਦਿਆਂ ਗੁਜ਼ਰੇ ਹਨ। ਮੇਲਾ ਦਿਵਸ ਬਿਸੋਵਾਇਆ। ਇਤਨੇ ਨੂੰ ਵੈਸਾਖੀ ਦਾ ਵੱਡਾ ਸਮਾਗਮ ਆ ਗਿਆ 34 ਕੀ ਸੰਗਤ ਤੇ ਸਮੁਦਾਇ। ਹਰ ਪਾਸੇ ਦੀਆਂ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਸ੍ਰੀ ਅੰਮ੍ਰਿਤਸਰ ਤੋਂ, ਕੀਰਤਪੁਰ ਤੋਂ, ਕਰਤਾਰਪੁਰ ਤੋਂ ਤੇ ਹੋਰ ਦੇਸ਼ਾਂ ਵਿਦੇਸ਼ਾਂ ਤੋਂ ਮਹਾਰਾਜ ਜੀ ਦੇ ਦਰਸ਼ਨਾਂ ਲਈ ਭਾਈ ਕੀ ਡਰੌਲੀ ਪਹੁੰਚੀਆਂ ਹਨ। ਲਈ ਅਕੋਰਨ ਕੋ ਤੇ ਉਮੜਾਈ। ਉਮੜ ਕੇ ਭੇਟਾਵਾਂ ਲੈ ਕੇ ਵੱਡੀ ਗਿਣਤੀ 'ਚ ਹੁਮ ਹੁਮਾ ਕੇ ਪਹੁੰਚੀਆਂ ਹਨ। ਨਰ ਨਾਰੀ ਗੁਰ ਕੀਰਤ ਤੇ ਕਰਤੇ। ਸਾਰੇ ਪਰਿਵਾਰ ਸਿੱਖ ਆਪਣੇ ਮਹਿਲਾਂ ਬੱਚੀਆਂ ਸਮੇਤ, ਪਤਨੀਆਂ ਸਮੇਤ ਸਾਰੇ ਗੁਰੂ ਦੀ ਵਡਿਆਈ ਕਰ ਰਹੇ ਹਨ। ਆਨ ਆਨ ਕਰ ਦਰਸ ਨਿਹਰਤੇ। ਹੋਰ ਵੀ ਜਿਹੜੇ ਇਸਤਰੀ ਪੁਰਸ਼ ਨੇ ਤਮਾਮ, ਉਹ ਵੀ ਆ ਕੇ ਮਹਾਰਾਜ ਜੀ ਦਾ ਦਰਸ਼ਨ ਕਰ ਰਹੇ ਹਨ। ਵੱਡ ਮਸਨੰਦ ਵਿਛਾਵਨ ਕਰੈ। ਤੇ ਵੱਡਾ ਤਖਤ ਮਹਾਰਾਜ ਜੀ ਦਾ ਲੱਗਦਾ ਹੈ, ਉਸ ਤੇ ਸੋਹਣੇ ਬਿਸਤਰੇ ਗਦੇਲੇ ਆਦਿਕ ਲਗਾਏ ਜਾਂਦੇ ਹਨ। ਸ਼ਸਤਰ ਸਜਾਏ ਗੁਰੂ ਤਵ ਥਿਰੈ। ਤੇ ਸ਼ਸਤਰ ਸਜਾ ਕੇ ਦੋ ਮੀਰੀ ਪੀਰੀ ਦੀਆਂ ਸ੍ਰੀ ਸਾਹਿਬ ਪਹਿਨ ਕੇ, ਸਿਰ ਤੇ ਹੀਰਿਆਂ ਜੜੀ ਕਲਗੀ ਲਗਾ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਸਿੰਘਾਸਣ ਤੇ ਬੈਠਦੇ ਹਨ। ਬਿਸਦ ਮਰਾਲ ਨਿਕੇਰ ਮਨਿੰਦ। ਇਸ ਤਰ੍ਹਾਂ ਵੱਡੇ ਉਪਧਾਨ ਜਿਹੜਾ ਹੈ, ਗੱਦਾ ਗੋਲ ਜਿਹੜਾ ਸਿਰਹਾਣਾ ਹੁੰਦਾ, ਉਸ ਤੇ ਮਹਾਰਾਜ ਇੱਕ ਆਪਣਾ ਬਾਜੂ ਟਿਕਾ ਲੈਂਦੇ ਤੇ ਬੜਾ ਸੋਹਣਾ ਚੌਰ ਦੋਹਾਂ ਪਾਸਿਆਂ ਤੋਂ ਝੁੱਲ ਰਹੇ ਹਨ, ਜਿਵੇਂ ਹੰਸ ਆ ਕੇ ਬੈਠਦਾ ਹੋਵੇ। ਸੋਹਣਾ ਚਿੱਟਾ ਸਫੈਦ ਨਿਰਮਲ ਚੌਰ ਝੁੱਲ ਰਹੇ ਹਨ। ਪੁਰਤ ਚਮਰ ਦੁਤ ਹੋਤ ਬਿਲੰਦ। ਤੇ ਮਹਾਰਾਜ ਜੀ ਦੇ ਦੋਹਾਂ ਪਾਸਿਆਂ ਤੋਂ ਚੌਰ ਝੁੱਲ ਰਹੇ ਨੇ, ਬਹੁਤ ਸ਼ੋਭਾ ਵੱਧ ਰਹੀ ਹੈ। ਖਰੂ ਮੇਵਰੋ ਹੋਏ ਅਗਾਰੀ। ਤੇ ਅਰਦਾਸੀਆ ਗਲ ਵਿੱਚ ਪੱਲਾ ਪਾ ਕੇ ਮਹਾਰਾਜ ਦੇ ਸਾਹਮਣੇ ਖੜਾ ਹੋ ਜਾ। ਸੰਗਤ ਆਉਂਦੀ ਹੈ, ਨਾਲੋਂ ਨਾਲ ਅਰਦਾਸ ਹੋਈ ਜਾਂਦੀ, ਮਹਾਰਾਜ ਸੱਚੇ ਪਾਤਸ਼ਾਹ ਫਲਾਣੇ ਇਲਾਕੇ ਦਾ ਫਲਾਣਾ ਮਸਨਦ ਸੰਗਤ ਲੈ ਕੇ ਆਇਆ ਹੈ, ਐਨੀ ਭੇਟਾ ਲਿਆਇਆ। ਲਿਖੀ ਜਾਂਦੀ ਸੀ, ਐਨੀ ਭੇਟਾ ਲੈ ਕੇ ਆਏ ਨੇ, ਬਸਤਰ ਲੈ ਕੇ ਆਏ ਨੇ, ਘੋੜੇ ਲੈ ਕੇ ਆਏ ਨੇ, ਸ਼ਸਤਰ ਲੈ ਕੇ ਆਏ ਨੇ। ਉਹ ਸਾਰਾ ਮਹਾਰਾਜ ਜੀ ਨੂੰ ਦੱਸੀ ਜਾਂਦੀ, ਮੇਵੜਾ ਅਰਦਾਸ ਕਰੀ ਜਾਂਦਾ, ਮਹਾਰਾਜ ਇਹਨਾਂ ਦੀਆਂ ਭਾਵਨਾਵਾਂ ਨੂੰ ਫਲ ਲਾਓ। ਤੇ ਮਹਾਰਾਜ ਆਸ਼ੀਰਵਾਦਾਂ ਦੇ ਰਹੇ ਹਨ। ਸੰਗਤ ਕੀ ਅਰਦਾਸ ਉਚਾਰੀ। ਸੰਗਤਾਂ ਦੀਆਂ ਅਰਦਾਸਾਂ ਇਸ ਤਰ੍ਹਾਂ ਬਾਰ-ਬਾਰ ਮਹਾਰਾਜ ਜੀ ਦੇ ਚਰਨਾਂ 'ਚ ਰੱਖ ਰਹੇ ਹਨ। ਬ੍ਰਿੰਦ ਮਸੰਦ ਬਿਲੰਦ ਧਨੀ ਹੈ। ਬਹੁਤ ਸਾਰੇ ਮਸੰਦ, ਬਹੁਤ ਵੱਡੇ ਧਨਾੜ ਹਨ। ਆਨੇ ਗੁਰ ਕੀ ਕਾਰ ਘਨੀ ਉਹ ਹੈ। ਆਪ ਵੀ ਦਸਵੰਧ ਕੱਢਦੇ ਨੇ ਤੇ ਸੰਗਤਾਂ ਦੀ ਪਹੁੰਚੀ ਹੋਈ ਮਾਇਆ ਵੀ ਕਾਰ ਭੇਟਾ ਲੈ ਕੇ ਆਉਂਦੇ ਹਨ। ਜਥਾ ਜੋਗ ਸਭ ਕੋ ਹਰ ਖਾਵੈ। ਇਸ ਤਰ੍ਹਾਂ ਯਥਾ ਯੋਗ ਸਾਰਿਆਂ ਨੂੰ ਖੁਸ਼ੀਆਂ ਮਿਲ ਰਹੀਆਂ ਹਨ। ਦੇਸਨ ਕੀ ਦਸਤਾਰ ਤੇ ਬੰਧਾਵੈ। ਬਹੁਤ ਸਾਰੇ ਆਉਂਦੇ ਨੇ ਰਾਜਕੁਮਾਰ, ਰਿਆਸਤਾਂ ਦੇ ਮਾਲਕ,
ਉਹ ਆਪਣੇ ਬੱਚਿਆਂ ਨੂੰ, ਰਾਜਕੁਮਾਰਾਂ ਨੂੰ, ਨਵਾਬਜ਼ਾਦਿਆਂ ਨੂੰ, ਜ਼ਮੀਂਦਾਰਾਂ ਨੂੰ ਮਹਾਰਾਜ ਕੋਲੋਂ ਦਸਤਾਰਾਂ ਵੀ ਲੈ ਕੇ ਦਿੰਦੇ ਨੇ। ਮਹਾਰਾਜ ਹੱਥ ਲਾ ਦਿੰਦੇ ਨੇ, ਸਜਾਉਂਦੇ ਨੇ। ਭਾਵ ਬਾਦਸ਼ਾਹੀਆਂ ਮਹਾਰਾਜ ਵੰਡ ਰਹੇ ਹਨ। ਇਹ ਜਿਹੜੀ ਦਸਤਾਰ, ਇਹਨੂੰ ਕੱਪੜਾ ਨਾ ਸਮਝਣਾ, ਇਹ ਕੱਪੜਾ ਹੈ ਵੀ ਨਹੀਂ। ਜਿਵੇਂ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਹਿੱਸਾ ਨਹੀਂ ਹੁੰਦਾ, ਪਰ ਨਿਸ਼ਾਨ ਸਾਹਿਬ ਤੋਂ ਹੀ ਪਤਾ ਚੱਲਦਾ ਨਾ ਵੀ ਇਹ ਗੁਰਦੁਆਰਾ ਹੈ। ਨਿਸ਼ਾਨ ਸਾਹਿਬ ਦੇ ਕੋਈ ਲੈਂਟਰ ਨਹੀਂ ਪਾਇਆ ਹੁੰਦਾ, ਕੋਈ ਕਮਰੇ ਨਹੀਂ ਬਣਾਏ ਹੁੰਦੇ, ਕੋਈ ਦੀਵਾਨ ਹਾਲ ਨਹੀਂ ਬਣਾਇਆ ਹੁੰਦਾ, ਪਰ ਨਿਸ਼ਾਨ ਸਾਹਿਬ ਦੇਖ ਕੇ ਹਰ ਖਾਸੋ ਆਮ ਨੂੰ ਪਤਾ ਚੱਲਦਾ ਹੈ ਬਈ ਇਹ ਗੁਰੂ ਨਾਨਕ ਦਾ ਘਰ ਹੈ। ਇਸ ਤਰ੍ਹਾਂ ਇਹ ਦਸਤਾਰ ਵੀ ਇੱਕ ਚੱਲਦਾ ਫਿਰਦਾ ਨਿਸ਼ਾਨ ਸਾਹਿਬ ਸਮਝੋ। ਇਹਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਇਹ ਜਿਹੜਾ ਵਿਅਕਤੀ ਜਾ ਰਿਹਾ ਹੈ ਗੁਰੂ ਨਾਨਕ ਦਾ ਸਿੱਖ ਹੈਗਾ। ਦਸਤੇ ਯਾਰ ਸ਼ਬਦ ਹੈ, ਭਾਵ ਜਿਸ ਦੇ ਸਿਰ ਤੇ ਗੁਰੂ ਦਾ ਮਿਹਰ ਭਰਿਆ ਹੱਥ। ਤੁਸੀਂ ਬਾਜ਼ਾਰ ਜਾਂਦੇ ਹੋ, ਬਾਕੀ ਕੱਪੜਾ ਕਹਿੰਦੇ ਹੋ ਬਈ ਇਹ ਪੈਂਟ ਦਾ ਕੱਪੜਾ, ਇਹ ਫਲਾਣਾ ਕੁੜਤੇ ਦਾ ਕੱਪੜਾ ਚਾਹੀਦਾ ਹੈ। ਕਦੀ ਤੁਸੀਂ ਕਿਹਾ ਦਸਤਾਰ ਲੈਣ ਵੇਲੇ ਵੀ ਇਹ ਕੱਪੜਾ ਕਿੰਨੇ ਦਾ? ਤੁਸੀਂ ਕਹਿੰਦੇ ਵੀ ਦਸਤਾਰ ਕੀ ਭਾਅ ਮਿਲਦੀ? ਭਾਵ ਜੋ ਮੁੱਲ ਹੈ ਬਾਜ਼ਾਰ ਵਿੱਚ ਉਹ ਤਾਂ ਦੇਣਾ ਹੀ, ਅਗਲੇ ਕਿਰਤ ਕਰਨ ਲਈ ਬੈਠੇ ਨੇ, ਪਰ ਦਸਤਾਰ ਲਈ ਸ਼ਬਦ ਕੱਪੜਾ ਨਹੀਂ ਵਰਤਿਆ ਜਾਂਦਾ। ਦਸਤਾਰ ਲਈ ਸ਼ਬਦ ਦਸਤਾਰ ਹੀ ਵਰਤਿਆ ਜਾਂਦਾ, ਪਗੜੀ ਸ਼ਬਦ ਵਰਤਿਆ ਜਾਂਦਾ, ਦੁਮਾਲਾ ਸ਼ਬਦ ਵਰਤਿਆ ਜਾਂਦਾ ਹੈ, ਕਿਉਂਕਿ ਇਹ ਸਤਿਗੁਰੂ ਦੀ ਖਾਸ ਰਹਿਮਤ। ਇਹ ਦਸਤਾਰ ਨਹੀਂ, ਇਹ ਸਿਰਫ ਸਰਦਾਰ ਅਖਵਾਉਣ ਲਈ ਲੋਕੀ ਦਸਤਾਰ ਦੇਖ ਕੇ ਹੀ ਸਰਦਾਰ ਕਹਿੰਦੇ। ਖਿਲਰੇ ਵਾਲੇ ਤਾਂ ਪਾਗਲ ਕਹਿਣਗੇ। ਤੇ ਨਿਰੇ ਕਹਿਣ ਦਾ ਹੀ ਸਰਦਾਰ ਨਹੀਂ ਹੈ। ਜਿਸ ਦੇ ਸਿਰ ਤੇ ਦਸਤਾਰ ਹੁੰਦੀ ਹੈ ਉਹਨੂੰ ਸਾਰੀ ਦੁਨੀਆ ਦੀਆਂ ਸਰਦਾਰੀਆਂ ਮਿਲ ਵੀ ਜਾਂਦੀਆਂ। ਗੁਰੂ ਸਾਹਿਬ ਆਪ ਦਿੰਦੇ ਨੇ, ਇਹ ਸਾਡੀ ਬੰਦਗੀ ਦਾ ਹਿੱਸਾ ਹੈ, ਬਸਤਰਾਂ ਦਾ ਹਿੱਸਾ ਨਹੀਂ। ਇਸ ਲਈ ਦਸਤਾਰ ਸੋਹਣੀ ਸਜਾਇਆ ਕਰ। ਆ ਜਿਹੜੇ ਪਟਕੀ ਜੀ ਬੰਨੀ ਫਿਰਦੇ ਨੇ ਨਾ, ਇਹਦਾ ਮਤਲਬ ਇਹ ਹੈ ਵੀ ਇਹ ਕਿੱਲਿਆਂ 2 ਕਿੱਲਿਆਂ 'ਚ ਹੀ ਰਾਜੀ ਨੇ। ਇਹ ਵੱਡੀਆਂ ਜਾਗੀਰਾਂ ਬਾਦਸ਼ਾਹੀਆਂ ਲੈਣਾ ਹੀ ਨਹੀਂ ਚਾਹੁੰਦੇ। ਜਿੰਨੀ ਸੋਹਣੀ ਦਸਤਾਰ ਸਜਾਓਗੇ ਉਨੀ ਗੁਰੂ ਸਾਹਿਬ ਦੀ ਖੁਸ਼ੀ ਜ਼ਿਆਦਾ ਪ੍ਰਾਪਤ ਹੋਏਗੀ, ਉਨੀ ਮਿਹਰ ਜ਼ਿਆਦਾ ਪ੍ਰਾਪਤ ਹੋਵੇਗੀ। ਇਸ ਲਈ ਕਈ ਆ ਕੇ ਮਹਾਰਾਜ ਜੀ ਨੂੰ ਕਹਿੰਦੇ ਨੇ, ਸੱਚੇ ਪਾਤਸ਼ਾਹ ਬਾਲਕ ਤੁਹਾਡੀ ਮਿਹਰ ਨਾਲ ਮਿਲਿਆ, ਇਹਨੂੰ ਦਸਤਾਰ ਸਜਾਓ। ਅੱਜ ਵੀ ਬਹੁਤ ਸਾਰੇ ਲੋਕ ਪੌਂਟਾ ਸਾਹਿਬ ਜਾਂਦੇ ਨੇ, ਉੱਥੇ ਮਹਾਰਾਜ ਜੀ ਦਾ ਦਸਤਾਰ ਅਸਥਾਨ ਹੈਗਾ, ਜਿੱਥੇ ਸਤਿਗੁਰੂ ਨੇ ਦਸਤਾਰ ਸਜਾਈ ਸੀ। ਤੇ ਪੀਰ ਬੁੱਧੂ ਸ਼ਾਹ ਨੂੰ ਦਸਤਾਰ ਦੇ ਨਾਲ ਕੇਸਾਂ ਵਾਲਾ ਕੰਘਾ ਵੀ ਦਿੱਤਾ ਸੀ। ਉਹ ਦਸਤਾਰ ਅਸਥਾਨ ਮਹਾਰਾਜ ਜੀ ਦਾ, ਉੱਥੇ ਗੁਰਸਿੱਖ ਆਪਣੇ ਬੱਚਿਆਂ ਛੋਟਿਆਂ ਨੂੰ ਲੈ ਜਾਂਦੇ ਨੇ ਵੀ ਦਸਤਾਰ ਉੱਥੇ ਸਜਾਉਣੀ। ਮਹਾਰਾਜ ਜੀ ਦੀ ਦਸਤਾਰ ਅਸਥਾਨ, ਜਿਹੜਾ ਗੁਰੂ ਅਸਥਾਨ ਨੇੜੇ ਹੋਵੇ ਉੱਥੇ ਲੈ ਜਾਇਆ ਕਰੋ ਤੇ ਆਖਿਆ ਕਰੋ ਭਾਈ ਦਸਤਾਰ ਸਜਾ ਦੇਵੋ, ਗੁਰੂ ਕਾ ਬਖਸ਼ਿਆ ਹੋਇਆ ਭੁਜੰਗੀ ਲੈ ਕੇ ਆਏ। ਤੇ ਫਿਰ ਦਸਤਾਰ ਸਜਾਉਣ ਦੀ ਪ੍ਰੈਕਟਿਸ ਵੀ ਕਰਾਓ। 20-25 ਸਾਲਾਂ ਤੱਕ ਪਟਕੀ ਬੰਨੀ ਫਿਰਦੇ ਨੇ ਗਿੱਠਕ ਜਿੰਨੀ, ਤੇ ਫਿਰ ਦਸਤਾਰ ਲਈ ਆਖੋ, ਵਿਆਹੇ ਜਾਣਗੇ ਦਸਤਾਰ ਲਈ ਆਖੋ, ਫਿਰ ਕਹਿਣਗੇ ਜੀ ਕੀ ਕਰੀਏ ਜੀ, ਸਿਰ ਚਕਰਾਉਣ ਲੱਗ ਪੈਂਦਾ, ਭਾਰੀ ਲੱਗਦੀ ਹੈ। ਤੇ ਜੇ ਪਹਿਲੇ ਦਿਨ ਤੋਂ ਹੀ ਇਹ ਸੁਭਾਅ ਬਣ ਜਾਏ, ਆਦਤ ਵਿੱਚ ਸ਼ਾਮਲ ਹੋ ਜਾਏ ਬਈ ਦਸਤਾਰ ਸਜਾਉਣੀ ਹੈ, ਫਿਰ ਦਸਤਾਰ ਭਾਰ ਨਹੀਂ ਲੱਗੇਗੀ, ਸਤਿਕਾਰ ਲੱਗੇਗੀ, ਗੁਰੂ ਦੀ ਬਖਸ਼ਿਸ਼ ਲੱਗੇਗੀ। ਇਸ ਤਰ੍ਹਾਂ ਦਸਤਾਰਾਂ ਮਹਾਰਾਜ ਜੀ ਕੋਲੋਂ ਬੰਧਵਾਉਂਦੇ ਹਨ। ਕਿਤ ਤੇ ਲੱਛ ਜੁਗਮ ਲੱਛ ਲਿਆਵੇ, ਕਿਤੋਂ ਲੱਖ ਰੁਪਇਆ, ਕਿਤੋਂ 2 ਲੱਖ ਰੁਪਇਆ, ਇਸ ਤਰ੍ਹਾਂ ਲੱਖਾਂ ਲੱਖਾਂ ਰੁਪਏ ਰੋਜ਼ ਮਹਾਰਾਜ ਜੀ ਦੀ ਭੇਟਾ ਚੜ ਰਹੇ ਹਨ। ਗੁਰ ਕੀ ਕਾਰ ਚਲੀ ਨਿਤ ਆਵੇ, ਗੁਰੂ ਸਾਹਿਬ ਜੀ ਦੀ ਕਾਰ ਭੇਟਾ ਇਸ ਤਰ੍ਹਾਂ ਲਗਾਤਾਰ ਚੱਲੀ ਆ ਰਹੀ ਹੈ। ਆਦ ਸੰਗਲਾ ਦੀਪ ਨਿਕਾਇਆ, ਔਰ ਇਸ ਤਰ੍ਹਾਂ ਦੇ ਨਾਲ ਸੰਗਲਾ ਦੀਪ ਤੋਂ ਲੈ ਕੇ ਭਾਵ ਦੂਰ ਦਰਾਜ਼ ਦੇ ਦੇਸ਼ਾਂ ਤੋਂ ਸ੍ਰੀ ਲੰਕਾ ਤੱਕ ਦੀ ਮਾਇਆ ਮਹਾਰਾਜ ਜੀ ਦੇ ਘਰ ਪਹੁੰਚ ਰਹੀ ਹੈ। ਚੌਦਿਸ ਤੇ ਪਹੁੰਚਤ ਬਹੁ ਮਾਇਆ, ਬਹੁਤ ਬਸਤਰ ਪਦਾਰਥ ਘੋੜੇ ਸ਼ਸਤਰ ਰੋਜ਼ਾਨਾ ਹੀ ਪਹੁੰਚ ਰਹੇ ਹਨ। ਛਠੇ ਮਾਸ ਕੋ ਆਏ ਮਸੰਦ, ਕੁਝ ਐਸੇ ਮਹਾਰਾਜ ਜੀ ਦੇ ਮਸਨਦੀ ਨਿਵਾਜੇ ਹੋਏ ਸੇਵਕ ਹਨ ਜਿਹੜੇ 6 ਮਹੀਨਿਆਂ ਬਾਅਦ ਹੀ ਅਨੇਕਾਂ ਹੀ ਕਾਰ ਭੇਟ ਦੀਆਂ ਸਾਜੋ ਸਮਾਨ ਵਸਤੂਆਂ ਧਨ ਲੈ ਕੇ ਆਉਂਦੇ ਹਨ। ਕੋ
ਸੰਪਤ ਮੈਲੇ ਧਨ ਤੇ ਬ੍ਰਿੰਦ ਕੁਝ ਸਾਰਾ ਸਾਲ ਇਕੱਠਾ ਕਰਦੇ ਨੇ ਜਿਹੜੇ ਦੂਰ ਦਰਾਜ਼ ਦੇ ਨੇ ਤੇ ਸਾਲ ਬਾਅਦ ਪਹੁੰਚਾ ਦਿੰਦੇ ਹਨ। ਸਭ ਦੇਸਨ ਪਰ ਬੰਧੇ ਅਜਾਰੇ ਸਾਰੇ ਦੇਸ਼ਾਂ ਵਿੱਚ ਮਹਾਰਾਜ ਜੀ ਨੇ ਆਪਣੇ ਮਸਨਦੀ ਥਾਪੇ ਹੋਏ ਹਨ। ਨਿਤ ਹੀ ਆਨਤ ਧਨ ਗੁਰ ਕਾਰੇ ਜਿਸ ਤਰ੍ਹਾਂ ਚਾਚਾ ਫੱਗੋਮਲ ਸਾਸਾਰਾਮ, ਇਸ ਤਰ੍ਹਾਂ ਭਾਈ ਬੁਲਾਕੀ ਦਾਸ, ਇਹ ਸਾਰੇ ਮਹਾਰਾਜ ਜੀ ਦੇ ਥਾਪੇ ਹੋਏ ਕਾਰ ਭੇਟਾ ਕਰਨ ਵਾਲੇ ਤੇ ਸੰਗਤਾਂ ਨੂੰ ਗੁਰੂ ਨਾਲ ਜੋੜਨ ਵਾਲੇ ਨਿਵਾਜੇ ਹੋਏ ਸੇਵਕ ਸਨ। ਉਹ ਸਿਖਲੇ ਪਹੁੰਚਤ ਹੈ ਆਪ ਤੇ ਕੁਝ ਸਿੱਖ ਆਪ ਹੀ ਜਿਹੜੇ ਨੇ ਉਹ ਸਿੱਧਾ ਭੇਟਾ ਲੈ ਕੇ ਪਹੁੰਚ ਜਾਂਦੇ ਹਨ। ਆਏ ਜੇ ਦਰਸਤ ਹੋਏ ਨਿਸਪਾਪ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਤੇ ਸਾਰੇ ਪਾਪਾਂ ਦਾ ਨਿਵਾਰਣ ਕਰ ਲੈਂਦੇ। ਸਾਰੇ ਪੁਰਾਣੇ ਜਨਮਾਂ ਦੇ ਕੀਤੇ ਹੋਏ ਪਾਪ ਮੁੱਕ ਜਾਂਦੇ। ਗੁਰੂ ਦੇ ਦਰਸ਼ਨ ਦੀ ਇਹ ਬਰਕਤ ਹੈਗੀ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਮਹਾਰਾਜ ਜੀ ਦਾ ਬਚਨ ਹੈ, ਘੋਰ ਦੁਖਯੰ ਅਨਹਤਯੰ ਜਨਮ ਦਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮ ਕਰੋ। ਨਾਮ ਜਪਣ ਨਾਲ ਗੁਰੂ ਦਾ ਦਰਸ਼ਨ ਨਾਮ ਜਪਣਾ ਹੀ ਹੈ ਇਸ ਯੁੱਗ ਵਿੱਚ, ਤੇ ਗੁਰੂ ਦੇ ਚਰਨ ਵੀ ਨਾਮ ਜਪਣਾ ਹੀ ਹੈ। ਚਰਨ ਪਕੜੇ ਨੇ ਗੁਰੂ ਦਾ ਪੱਲਾ ਵੀ ਨਾਮ ਜਪਣਾ ਹੀ, ਗੁਰੂ ਦਾ ਆਸਰਾ ਵੀ ਨਾਮ ਜਪਣਾ ਹੀ। ਇਹ ਨਾਮ ਜਪਣ ਨਾਲ ਅਨੇਕਾਂ ਜਨਮਾਂ ਦੇ ਪਾਪ ਕਰਮ, ਦੁਸ਼ਕਰਮ, ਮਲੀਨਤਾ ਇਸ ਤਰ੍ਹਾਂ ਸੜ ਕੇ ਸੁਆਹ ਹੋ ਜਾਂਦੀ ਹੈ, ਜਿਵੇਂ ਬਹੁਤ ਸਾਰੇ ਜੰਗਲ ਨੂੰ ਇੱਕ ਚੰਗਿਆੜੀ ਸਾੜ ਕੇ ਰਾਖ ਕਰਦੇ। ਇਸ ਤਰ੍ਹਾਂ ਪਾਪ ਮੁੱਕ ਜਾਂਦੇ ਹਨ। ਮਹਾਰਾਜ ਜੀ ਦੇ ਦਰਸ਼ਨਾਂ ਲਈ ਰੋਜ਼-ਰੋਜ਼ ਸੰਗਤਾਂ ਪਹੁੰਚ ਰਹੀਆਂ ਨੇ। ਇਸ ਵੇਲੇ ਹੁਣ ਵਕਤ ਦਾ ਤਕਾਜ਼ਾ ਹੈ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ। ਸਭ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ ਵਿੱਚ ਪਾ ਦੇਣਾ। ਫਿਰ ਤੋਂ ਇੱਕ ਵਾਰੀ ਅੱਜ ਸ੍ਰੀ ਮਾਨ ਸਿੰਘ ਸਾਹਿਬ ਹੜ ਗ੍ਰੰਥੀ ਅਤੇ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਦੀ ਯਾਦ ਨੂੰ ਚੇਤੇ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਉਹਨਾਂ ਨੂੰ ਬਾਰ-ਬਾਰ ਨਮਸਕਾਰ ਹੈ। ਨਿਰਵਿਘਨ ਤੇ ਨਿਸ਼ਕਲੰਕ ਉਹਨਾਂ ਨੇ ਮਹਾਰਾਜ ਜੀ ਦੀ ਆਖਰੀ ਸਾਹ ਤੱਕ ਸੇਵਾ ਕੀਤੀ। ਬਾਣੀ ਦਾ ਕੀਰਤਨ ਵੀ ਕਰ ਲੈਂਦੇ ਸਨ ਔਰ ਕਥਾ ਕਰਦੇ ਸਨ। ਉਹ ਕਥਾ ਕਰਨ ਵਾਲਿਆਂ ਨਾਲ ਪੋਥੀ ਵੀ ਪੜ੍ਹ ਕੇ ਬੜੇ ਖੁਸ਼ ਹੁੰਦੇ ਸਨ। ਬੱਚਿਆਂ ਨੂੰ ਨਾਲ ਲੈ ਕੇ ਪ੍ਰਸ਼ਾਦਾ ਛਕਣਾ, ਉਹਨਾਂ ਦੇ ਬਹੁਤ ਗੁਣ ਨੇ। ਉਹਨਾਂ ਨੂੰ ਯਾਦ ਕਰਦਿਆਂ ਅੱਜ ਸਾਰੀ ਪਟਨਾ ਸਾਹਿਬ ਦੀ ਸੰਗਤ, ਪ੍ਰਬੰਧਕ ਨਤਮਸਤਕ ਹੋਏ ਹਨ। 2 ਅਖੰਡ ਪਾਠ ਉਹਨਾਂ ਦੀ ਯਾਦ ਵਿੱਚ ਪ੍ਰਾਰੰਭ ਸਨ, ਜਿਨ੍ਹਾਂ ਦੀ ਅੱਜ ਸਮਾਪਨਤਾ ਹੋਈ ਤੇ ਫਿਰ 2 ਵਜੇ ਤੱਕ ਉਹਨਾਂ ਦੀ ਯਾਦ ਵਿੱਚ ਕੀਰਤਨ ਸਮਾਗਮ ਹੋਇਆ। ਬਹੁਤ ਹੀ ਸਤਿਕਾਰਯੋਗ ਕੀਰਤਨੀਆਂ ਨੇ ਕੀਰਤਨ ਕੀਤਾ ਔਰ ਬਹੁਤ ਹੀ ਸਤਿਕਾਰਯੋਗ, ਬਹੁਪੱਖੀ, ਸਮਝ ਸੋਝੀ ਗਿਆਨ ਰੱਖਣ ਵਾਲੇ ਸ਼੍ਰੀਮਾਨ ਗਿਆਨੀ ਦਲਜੀਤ ਸਿੰਘ ਜੀ ਨੇ, ਜੋ ਹਜ਼ੂਰੀ ਕਥਾਵਾਚਕ ਨੇ, ਹਾਈਲੀ ਕੁਆਲੀਫਾਈਡ ਨੇ। ਉਹਨਾਂ ਨੇ ਉਹਨਾਂ ਦੇ ਜੀਵਨ ਦੇ ਵਿਚਾਰ ਸਾਂਝੇ ਕੀਤੇ, ਹਾਜ਼ਰੀਆਂ ਭਰੀਆਂ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ 'ਚ ਅਰਦਾਸ ਹੈ, ਜੋ ਸੇਵਾ ਆਪ ਆਪਣੇ ਸੇਵਕਾਂ ਨੂੰ ਬਖਸ਼ਦੇ ਹੋ। ਜਿਵੇਂ ਸ੍ਰੀ ਮਾਨ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਦੇ ਸਿਰ 'ਤੇ ਹੱਥ ਰੱਖ ਕੇ ਆਪ ਨੇ ਸੇਵਾ ਦਾ ਮਾਣ ਤੇ ਬਲ ਬਖਸ਼ਿਆ, ਉਸ ਤਰ੍ਹਾਂ ਸਾਰੇ ਹੀ ਸੇਵਕਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਬਲ ਬਖਸ਼ ਕੇ ਨਿਵਾਜਦੇ ਰਹਿਣ। ਆਓ 2 ਮਿੰਟ ਵਾਸਤੇ ਸਾਰੇ ਮਿਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਖਾਲੀ ਨਾ ਰਵੇ, ਸਾਰੇ ਗੂੰਜਾਂ ਹੀ ਪਾ ਦੇਵੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।